बुलेटिन च तुहाडा स्वागत है। नज़र मारते हैं अज दीआं खास खबरां ते। सूबे विच नशे दा कहर रुकण दा नाम नहीं लै रहा। बेशक सरकार अते पुलिस वल्लों रोक लगाउण दे दावे कीते जा रहे हैं, पर नशा पंजाब विच दिनों प्रति दिन वधदा जा रहा अते आए दिन नशे कारण चावां नाल पाले मावां दे नौजवान गभरू पुत इस जहानों तुर जाते हैं। अगर ताज़ा मामले की गल की जाए तो ताज़ा मामला फिरोजपुर तो सामने आया, जिथे 45 साला व्यक्ति की नशे का टीका लगाउण कारण मौत हो चुकी है। जी सीता मेरा नाम। हाँ जी इत्थों दे रहण वाले जी। आसल पिंड जी। ये नशे खा खा के ते शराबा पी पी के ते किना बुरा हाल। मेरा ताप बंदा बहुत शराब बहुत रात पर दिन पी पी के ते लड़ाइयां झगड़े मेरे ना भी जवाकां ना भी बहुत ज्यादा नशा इस पिंड च विकी जांदा। शराब भी इस पिंड च गोलियां पा पा के वेचदे आ जी। होर ते मिंटो मिंटी 2 थैलियां ना ऐ मुद्दे हो जाते हैं। उन्होंने रोटी की सुरत भी नहीं रही ते लड़ाई आउंदे जांदे ना भी मेरा तो बंदा बहुत करदा। कोई नहीं जी करदा ना जी, कोई नहीं सुनता गरीबां दी। मैं ताप दुख मेरे बंदे तो ही लगे हुए बहुत ज्यादा। तुरिया नहीं जाता कुछ नहीं। 15 साल हो गए मैनू मंजे ते बैठी ऐठला ताड़ ही नहीं जी तुरदा। हाँ जी सर ਇਹ ਡੈਥ ਪਹਿਲਾਂ ਚਾਚਾ ਜੀ ਸੀ ਮੇਰੇ ਤੇ ਪਹਿਲਾਂ ਨਸ਼ਾ ਕਰਦੇ ਸੀਗੇ ਤੇ ਉਸ ਤੋਂ ਬਾਅਦ ਨਸ਼ਾ ਨਾ ਮਿਲਣ ਕਰਕੇ ਬਿਮਾਰ ਹੋ ਗਏ। ਠੀਕ ਹੈ ਜੀ। ਉਸ ਤੋਂ ਬਾਅਦ ਬਿਮਾਰ ਹੁੰਦੇ ਹਾਂ ਬਿਮਾਰ ਹੋ ਗਏ ਹੈ ਸੀਗੇ, ਹੁਣ ਵੀ ਬਿਮਾਰ ਸੀ। ਨਸ਼ਾ ਮਿਲਦਾ ਸੀ ਤੇ ਉੱਠ ਪੈਂਦੇ ਸੀਗੇ ਤੇ ਉਸ ਤੋਂ ਬਾਅਦ ਨਸ਼ਾ ਨਹੀਂ ਸੀ ਮਿਲਦਾ ਤੇ ਬਸ ਬਿਮਾਰ ਸੀਗੇ ਜੀ। ਤੇ ਹੁਣ 3 ਮਹੀਨੇ ਦੇ ਵਿੱਚ ਪਹਿਲਾਂ ਇਸੇ ਗਲੀ ਦੇ ਵਿੱਚ 2 ਸਕੇ ਭਰਾ ਨਸ਼ੇ ਦੀ ਭੇਟ ਦੇ ਵਿੱਚ ਆਣ ਕੇ ਮਰੇ ਜੀ। ਪਿੰਡ ਆਸਲ ਜੀ ਮੇਰੇ ਸਹੁਰੇ ਹੈਗੇ ਵੀ, ਇਹ ਮੇਰੇ ਪੇਕਾ ਘਰ ਆ ਜੀ, ਮੇਰੇ ਚਾਚਾ ਜੀ ਆ। माड़े अंसरां ते नशा तस्करां तो ठल पाउंदे होए जिला कपूरथला दे शहर फगवाड़ा लोलिस दे नाल एक नशा तस्कर नूं 10 ग्राम हैरोइन दे नाल गिरफ्तार किया गया ਅਤੇ ਨਾਲ ਹੀ अदालत विच पेश कर 2 दिन का रिमांड हासिल किया गया ते मुढ़ली पुछगिछ जारी है। नाहर ने दस्सिया कि मुढ़ली पुछगिछ विच मुजरिम ने दस्सिया कि वह 3000 रुपए प्रति ग्राम हैरोइन वेचदा है ते इस पर पहलां भी 3 मुकदमे दर्ज हैं। कल मानयोग SSP श्री राजबचन संधू ਅਤੇ ਮਾਨਯੋਗ SP ਸਾਹਿਬ ਫਗਵਾੜਾ ਤੇ DSP ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਖਿਲਾਫ ਚਲਾਈ ਮੁਹਿੰਮ ਦੇ ਦੌਰਾਨੇ ਗਸ਼ਤ ਪੁਲਿਸ ਪਾਰਟੀ ਵੱਲੋਂ ਮੁਹੱਲਾ ਆੜ੍ਹਤੀਆਂ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ ਜਿਸ ਤੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਕਿਹੜੀ ਜਗ੍ਹਾ ਤੋਂ ਲੈ ਕੇ ਆਂਦਾ ਸੀ ਦੱਸਿਆ ਕੁਛ? ਇਹ ਹਜੇ 2 ਦਿਨ ਦੇ ਰਿਮਾਂਡ ਤੇ ਆ, ਪੁੱਛਗਿੱਛ ਜਾਰੀ ਆ। ਫਿਲਹਾਲ ਹਜੇ ਕੁਝ ਦੱਸ ਨਹੀਂ ਰਿਹਾ ਤੇ ਕੀ ਇਸ ਤੋਂ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਜੀ? ਇਸ ਤੇ ਪਹਿਲਾਂ 3 ਮੁਕੱਦਮੇ ਦਰਜ ਆ। ਇੱਕ 270 ਗ੍ਰਾਮ ਨਸ਼ੀਲੇ ਪਾਊਡਰ ਦਾ ਮੁਕੱਦਮਾ ਇਹਦੇ ਤੇ ਦਰਜ ਆ, 300 ਗੋਲੀਆਂ ਤੇ 7 ਗ੍ਰਾਮ ਹੈਰੋਇਨ ਦਾ, ਜਿਨ੍ਹਾਂ ਤੋਂ 3 ਮੁਕੱਦਮਿਆਂ ਚੋਂ ਜ਼ਮਾਨਤ ਤੇ ਬਾਹਰ ਸੀਗਾ ਤੇ ਦੁਬਾਰਾ ਫਿਰ ਇਹ ਹੁਣ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ। ਕੀ ਇਹ ਇਕੱਲਾ ਹੀ ਕੰਮ ਕਰਦਾ ਜਾਂ ਕੋਈ ਇਹਦੇ ਸਾਥੀ ਵੀ ਨਾਲ ਸਾਹਮਣੇ ਆਏ ਹੁਣ ਤੱਕ? ਫਿਲਹਾਲ ਅਜੇ ਪੁੱਛਗਿੱਛ ਜਾਰੀ ਆ ਤੇ ਰਿਮਾਂਡ ਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਆ। ਕਿੰਨੇ ਕਿਦਾ ਲਿਆ ਕੇ ਕਿੱਥੋਂ ਲਿਆ ਕੇ ਤੇ ਕਿੱਥੇ ਕਿੱਥੇ ਵੇਚਦਾ ਸੀ, ਸਾਹਮਣੇ ਆਇਆ ਕੁਛ? ਇਹ ਹਜੇ ਕੋਈ ਗੱਲ ਨਹੀਂ ਦੱਸ ਰਿਹਾ। ਵੈਸੇ ਇਹ ਦੱਸ ਰਿਹਾ ਵੀ 3000 ਨੂੰ ਗ੍ਰਾਮ ਦੇ ਹਿਸਾਬ ਦੇ ਨਾਲ ਇਹ ਨਸ਼ਾ ਵੇਚ ਰਿਹਾ ਹੈ। आम आदमी पार्टी जदों दी सत्ता विच आई है उसे दिन तो VIP कल्चर लगभग खत्म हो चुका है, पर इस दे बावजूद भी कुछ लोग लाल बत्तियां लगा के लोगों की दबश पाते हुए नजर आ रहे हैं। मामला श्री मुक्तसर साहिब का है, जिथे एक शख्स सरकारी गड्डी ते लाल बत्ती लगा के घूमता देखा गया। सूत्रों मुताबिक ये कार अमृतसर के जॉइंट सैकटरी की दसी जा रही है। जदों इस संबंध में कार सवार नाल मीडिया ने गलबात की तो उस कोल कोई जवाब नहीं सी। बहरहाल पुलिस मामले की जांच कर रही है। ਗੱਡੀ ਤੇ ਬੱਤੀ ਲਾ ਕੇ ਘੁੰਮ ਰਹੇ ਹੋ ਮੁਕਤਸਰ ਦੇ ਵਿੱਚ? ਹਾਂਜੀ ਨਹੀਂ ਤੇ ਬੱਤੀ ਤੇ ਤੁਹਾਨੂੰ ਪਰਮਿਸ਼ਨ ਹੈਗੀ ਹੈ ਬੱਤੀ ਲਾ ਕੇ ਤੁਸੀਂ ਘੁੰਮਣੇ? ਨਹੀਂ ਸਾਹਿਬ ਹੁਣ ਸਾਹਿਬ ਤਾਂ ਹੈ ਨਹੀਂ ਨਾ, ਗੱਡੀ ਤਾਂ ਖਾਲੀ ਪਈ ਹੈ ਨਾ। ਨਹੀਂ ਤੁਸੀਂ ਮੁਕਤਸਰ ਦੇ ਵਿੱਚ ਆਏ ਹੋ, ਅੱਜ ਗੱਡੀ ਘੁਮਾਈ ਜਾਂਦੇ ਤੁਸੀਂ? ਮੈਨੂੰ ਪਤਾ ਨਹੀਂ। ਅੱਛਾ ਨਹੀਂ ਤੁਸੀਂ ਬੱਤੀ ਲਾਈ ਹੋਈ ਹੈ ਗੱਡੀ ਤੇ? ਲੋ ਸਰ ਗੱਡੀ ਖਾ ਰਹੇ ਕਿੰਨਾਂ ਨਾਲ ਹੋ ਤੁਸੀਂ? ਮੈਂ ਸਾਹਿਬ ਨਾਲ ਇੱਧਰ ਆਇਆ, ਉਹਨਾਂ ਦੇ ਇੱਧਰ ਫੈਮਿਲੀ ਆ ਰਿਲੇਟਿਵ। ਨਹੀਂ ਕਿਹੜੇ ਸਾਹਿਬ ਨਾਲ ਹੋ? ਜੁਆਇੰਟ ਮਿਸ਼ਨ ਆ ਜੀ। ਕਿੱਥੇ ਜੌਬ ਕਿੱਥੇ ਕਰਦੇ? ਅੰਮ੍ਰਿਤਸਰ ਜੀ।
ਤੁਸੀਂ ਇੱਥੇ ਮੈਨੂੰ ਪਤਾ ਨਹੀਂ, ਮੈਂ ਆਪ ਤੁਸੀਂ ਗੱਡੀ ਪਹਿਲੀ ਗੱਲ ਤੁਹਾਡੇ ਕੰਨ ਨੂੰ ਫੋਨ ਲੱਗਿਆ ਹੋਇਆ, ਤੁਹਾਨੂੰ ਪਤਾ ਤੁਸੀਂ ਵੀਡੀਓ ਕਾਲ ਕਰਦੇ ਹੁੰਦੇ ਤੁਸੀਂ ਰੋਡ ਦੇ ਉੱਤੇ ਤੁਸੀਂ ਪਹਿਲਾਂ ਤੁਸੀਂ ਤੁਹਾਡਾ ਫੋਨ ਲੱਗਿਆ ਹੋਇਆ ਕੰਨ ਨੂੰ, ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਆਪਦੇ ਵੀਡੀਓ ਕਾਲ ਕਰਦੇ ਹੋਣੇ। ਮੇਰੇ ਆਫੀਸਰ ਨਾਲ ਗੱਡੀ ਹੈ, ਇਹ ਜੁਆਇੰਟ ਕਮਿਸ਼ਨਰ ਕੀ ਨਾਮ ਕੀ ਉਹਨਾਂ ਦਾ? ਜਤਿੰਦਰ ਸਿੰਘ ਜੀ। ਤੁਹਾਨੂੰ ਪਤਾ ਤੁਸੀਂ ਉਹਨਾਂ ਦੀ ਹਾਜ਼ਰੀ ਤੋਂ ਬਿਨਾਂ ਤੁਸੀਂ ਗੱਡੀ ਤੇ ਬੱਤੀ ਲਾਈ ਕਰਦੇ ਆ? ਉਹਨਾਂ ਨੂੰ ਪਤਾ, ਉਹਨਾਂ ਨੂੰ ਪਤਾ ਇਹ ਪਰਮਿਸ਼ਨ ਸੀ ਤੁਹਾਡੇ ਕੋਲੇ ਵੀ ਆ ਤੁਸੀਂ ਬੱਤੀ ਲਾਉਣੀ ਹੈ ਬਿਨਾਂ ਉਹਨਾਂ ਤੋਂ? ਚਲੋ ਸੌਰੀ ਸਰ, ਪਲੀਜ਼ ਸਰ, ਪਲੀਜ਼ ਵੀਰ ਜੀ ਇੱਕ ਮਿੰਟ ਰੁਕ ਜਾਓ। ਐਸਐਚਓ ਮੈਡਮ ਆਉਂਦੇ ਆ, ਬੰਦ ਕਰ ਦਿਓ। ਟ੍ਰੈਫਿਕ ਹਲਕਾ ਫਤਿਹਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਦੀ ਅਗਵਾਈ ਵਿੱਚ ਸਰਹੰਦ ਬੱਸੀ ਮਾਰਗ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦਰਅਸਲ ਸਰਕਾਰ ਨੌਜਵਾਨਾਂ ਨੂੰ ਫੌਜ ਵਿੱਚ 4 ਸਾਲਾਂ ਲਈ ਨੌਜਵਾਨਾਂ ਦੀ ਭਰਤੀ ਦੀ ਸਕੀਮ ਲਿਆ ਰਹੀ ਸੀ, ਜਿਹੜੀ ਕਿ ਨੌਜਵਾਨਾਂ ਨੂੰ ਗਵਾਰਾ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣਾ ਫੈਸਲਾ ਵਾਪਸ। ਅੱਜ ਆਮ ਆਦਮੀ ਪਾਰਟੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਅਸੀਂ ਇਹ ਰੋਸ ਮੁਜ਼ਾਹਰਾ ਮੋਦੀ ਸਰਕਾਰ ਦੇ ਖਿਲਾਫ ਕੀਤਾ ਹੈ। ਸਾਡੇ ਨੌਜਵਾਨਾਂ ਨਾਲ ਜੋ ਮੋਦੀ ਸਰਕਾਰ ਖਿਲਵਾੜ ਕਰਨ ਜਾ ਰਹੀ ਹੈ, ਉਹਦੇ ਸਾਹਮਣੇ ਹੈ ਜਿਹੜੀ ਅਗਨੀ ਭਰਤੀ ਯੋਜਨਾ, ਜਿਹੜੇ ਸਾਡੇ ਨੌਜਵਾਨ ਫੌਜ ਵਿੱਚ ਜਾ ਕੇ ਭਰਤੀ ਹੁੰਦੇ, ਸੇਵਾ ਕਰਦੇ ਸੀ, ਉਹ ਜਜ਼ਬੇ ਨਾਲ ਆਪਣੀਆਂ ਜਾਨਾਂ ਦਿੰਦੇ ਸੀ। ਅੱਜ ਖਿਲਵਾੜ ਕਰਨ ਜਾ ਰਹੀ ਹੈ ਮੋਦੀ ਸਰਕਾਰ। ਨਿਤ ਨਵੇਂ ਯੋਜਨਾ ਲਿਆ ਕੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ ਸਰਕਾਰ ਨੇ, ਔਰ ਸਾਡੇ ਨੌਜਵਾਨਾਂ ਦੇ ਮਨੋਬਲ ਡਿੱਗਣਗੇ, ਸਾਡੀ ਫੌਜ ਦਾ ਮਨੋਬਲ ਡਿੱਗੂਗਾ। ਸੋ ਇਹੋ ਜਿਹੀਆਂ ਯੋਜਨਾਵਾਂ ਮੋਦੀ ਸਰਕਾਰ ਨੂੰ ਅਸੀਂ ਵਾਰਨਿੰਗ ਦਿੰਦੇ ਹਾਂ। ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਵੀ ਬੇਨਤੀ ਕੀਤੀ ਹੈ ਕਿ ਇਹ ਜਿਹੜੀ ਯੋਜਨਾ ਵਾਪਸ ਲਈ ਜਾਵੇ, ਔਰ ਸਾਡੇ ਜਿਹੜੀ ਫੌਜ ਦੇ ਵਿੱਚ ਉਹਨਾਂ ਦਾ ਜਿਹੜਾ ਮਨੋਬਲ ਡਿੱਗਿਆ ਉਹਨੂੰ ਬਹਾਲ ਕੀਤਾ ਜਾਵੇ। ਅਸੀਂ ਦੇਖ ਰਹੇ ਕਿ ਇਹ ਯੋਜਨਾ ਨਾਲ ਸਾਡੇ ਨੌਜਵਾਨਾਂ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਬਹੁਤ ਰੋਸ਼ ਹੈ ਤੇ ਨੌਜਵਾਨ ਸੜਕਾਂ 'ਤੇ ਉਤਰੇ। ਇੱਕ ਵਾਰ ਅਸੀਂ ਇਹ ਚੇਤਾਵਨੀ ਦਿੰਦੇ ਹਾਂ ਮੋਦੀ ਸਰਕਾਰ ਨੂੰ ਕਿ ਸਾਡੇ ਨੌਜਵਾਨਾਂ ਦਾ ਮਨੋਬਲ ਨਾ ਡਿੱਗੋ, ਸਾਡੀ ਫੌਜ ਦਾ ਮਨੋਬਲ ਨਾ ਡਿੱਗੋ, ਇਹ ਜਿਹੀਆਂ ਸਕੀਮਾਂ ਬੰਦ ਕਰੋ ਔਰ ਸਾਡਾ ਜਿਹੜਾ ਦੇਸ਼ ਹੈ ਉਹ ਸੁਰੱਖਿਅਤ ਰਹਿ ਸਕੇ। ਸਾਡੇ ਨੌਜਵਾਨਾਂ ਨੂੰ ਤਕੜੇ ਕਰੋ, ਜਿਵੇਂ ਪਹਿਲਾਂ ਨੌਜਵਾਨਾਂ ਦੀ ਭਰਤੀ ਹੁੰਦੀ ਆ ਉਸ ਰੂਲਾਂ ਮੁਤਾਬਕ ਉਸ ਤਰ੍ਹਾਂ ਦੀ ਬਹਾਲ ਕੀਤੀ ਜਾਵੇ। ਸਰਦਾਰ ਲਖਬੀਰ ਸਿੰਘ ਰਾਏ ਐਮਐਲਏ ਹਲਕਾ ਫਤਿਹਗੜ੍ਹ ਸਾਹਿਬ ਦੀ ਯੋਗ ਅਗਵਾਈ ਹੇਠ ਕੇਂਦਰ ਸਰਕਾਰ ਦੇ ਖਿਲਾਫ ਬਹੁਤ ਤਕੜਾ ਮੁਜ਼ਾਹਰਾ ਕਰ ਰਹੇ ਹਾਂ। ਜੋ ਇਹਨਾਂ ਨੇ ਨਵੀਂ ਯੋਜਨਾ ਲਾਗੂ ਕੀਤੀ ਆ ਉਸ ਦਾ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਦਿਨ ਰਾਤ ਜਿੰਨਾ ਚਿਰ ਵਾਪਸ ਨਹੀਂ ਲੈਂਦੇ ਡਟ ਕੇ ਵਿਰੋਧ ਕਰਾਂਗੇ। ਲਿਸਟਿਕ ਹੈਲਥ ਯੋਗਾ ਸੰਸਥਾ ਨੇ ਸਰਹੰਦ ਆਮ ਖਾਸ ਬਾਗ ਵਿਖੇ ਯੋਗ ਦਿਵਸ ਮਨਾਇਆ। ਇਸ ਮੌਕੇ ਜਿੱਥੇ ਸ਼ਹਿਰ ਦੀਆਂ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਉੱਥੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗਾ ਦੇ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ, ਉੱਥੇ ਹੀ ਦਿਮਾਗੀ ਸੰਤੁਲਨ ਵੀ ਬਣਿਆ ਰਹਿੰਦਾ ਹੈ। ਜਿਵੇਂ ਅਸੀਂ ਜਾਣਦੇ ਹਾਂ ਪੂਰੇ ਸੰਸਾਰ ਦੇ ਵਿੱਚ 21 ਜੂਨ ਨੂੰ ਯੋਗ ਡੇ ਮਨਾਇਆ ਜਾ ਰਿਹਾ। ਅੱਜ ਅਸੀਂ ਫਤਿਹਗੜ੍ਹ ਸਾਹਿਬ ਵਿਖੇ ਸਾਡਾ ਜਿਹੜਾ ਇਤਿਹਾਸਕ ਸਥਾਨ ਆ ਆਮ ਖਾਸ ਬਾਗ, ਉੱਥੇ 19 ਜੂਨ ਨੂੰ ਯੋਗ ਡੇ ਮਨਾਇਆ। ਸ਼ਹਿਰ ਦੀਆਂ ਸਾਰੀਆਂ ਮੇਨ ਹਸਤੀਆਂ ਲੋਕ ਆਏ ਨੇ ਔਰ ਬਹੁਤ ਚੰਗਾ ਲੱਗਿਆ। ਅੱਜ ਜ਼ਰੂਰਤ ਹੈ ਸਾਡੇ ਹਿੰਦੁਸਤਾਨ ਨੂੰ, ਪੂਰੀ ਦੁਨੀਆ ਨੂੰ ਯੋਗ ਕਰਨ ਦੀ। ਅੱਜ ਦੁਨੀਆ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਹਿੰਦੁਸਤਾਨ ਦੇ ਵਿੱਚੋਂ ਜੋ ਯੋਗ ਦਾ ਕਨਸੈਪਟ ਚੱਲਿਆ ਉਹ ਦੁਨੀਆ ਨੇ ਅਪਣਾਇਆ ਔਰ ਦੁਨੀਆ ਰੋਗ ਮੁਕਤ ਹੋਈ ਹੈ। ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਸਾਡਾ ਖਾਣ ਪੀਣਾ ਇਸ ਕਦਰ ਪ੍ਰਦੂਸ਼ਿਤ ਹੋ ਗਿਆ ਕਿ ਯੋਗ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਯੋਗ ਅਪਣਾਈਏ ਔਰ ਤੰਦਰੁਸਤ ਰਹੀਏ, ਕਿਉਂਕਿ ਇਹ ਅਸੀਂ ਦੁਨੀਆ ਨੂੰ ਦਿਖਾਤਾ ਹਿੰਦੁਸਤਾਨ ਨੇ ਕਿ ਯੋਗ ਨਾਲ ਇਨਸਾਨ ਤੰਦਰੁਸਤ ਰਹਿ ਸਕਦਾ ਹੈ ਅਤੇ ਤਰੱਕੀ ਕਰ ਸਕਦਾ है ਤੇ ਪੋਜ਼ਿਟਿव ਥਾਟ इंसान ਵਿੱਚ आते हैं। मेरा नाम बनीश है और मेरे साथ है कल्पना मैम। आज का जो ये प्रोग्राम है, पूरा इवेंट है, 19 को इंटरनेशनल योगा डे मनाया गया है आम खास बाग में, जिसमें स्पेशल गेस्ट हमारे थे जो एसएसपी मैम, लखबीर सिंह राय एडवोकेट जी एमएलए और डीसी मैम। इन सभी ने हमारा बहुत साथ दिया इस प्रोग्राम को करने के लिए। ये होलिस्टिक हेल्थ योगा की तरफ से और लोकल एडमिनिस्ट्रेशन की हेल्प के साथ ये प्रोग्राम किया गया। आप सभी ने इसमें पार्टिसिपेट किया, बहुत अच्छा लगा। बहुत सारी पूरी सेवा समिति ने, सरहंद की सभी समिति ने इसमें साथ दिया। इसमें बहुत सारे लोगों ने हमारा साथ दिया, उन सभी का धन्यवाद। थैंक यू। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਨਗਰ ਸਰਹਾਲੀ ਅਤੇ ਨਗਰ ਚੋਲਾ ਸਾਹਿਬ ਆਉਣ ਦੀ ਖੁਸ਼ੀ ਵਿੱਚ ਅੱਜ ਸੰਪਰਦਾਇਕ ਕਾਰ ਸੇਵਾ ਸਰਹਾਲੀ ਸਾਹਿਬ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਾਂ ਵੱਲੋਂ ਕੀਤੀ ਗਈ, ਜਿਸ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਗੱਤਕੇ ਅਤੇ ਹੋਰ ਮਾਰਸ਼ਲ ਆਰਟ ਦੇ ਕਰਤੱਵ ਸੰਗਤਾਂ ਨੂੰ ਦਿਖਾਏ ਗਏ। ਇਸ ਨਗਰ ਕੀਰਤਨ ਸਰਹਾਲੀ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਚੋਲਾ ਸਾਹਿਬ ਵਿਖੇ ਸਮਾਪਤ ਹੋਇਆ। ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਰਹਾਲੀ ਸਾਹਿਬ ਤੋਂ ਚੋਲਾ ਸਾਹਿਬ ਪਹੁੰਚਣ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਇੱਕ ਵਿਸ਼ਾਲ ਵੱਡਾ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾ ਰਿਹਾ, ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਪ੍ਰਸਤੀ ਔਰ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਰਹਾਲੀ ਸਾਹਿਬ ਤੋਂ ਨਗਰ ਵਿੱਚ ਦੀ ਹੁੰਦਾ ਆ ਬੇਲਿਆਂ ਵਾਲਾ ਚੋਲਾ ਸਾਹਿਬ ਪਹੁੰਚੇਗਾ। ਸੰਗਤ 'ਚ ਬਹੁਤ ਵੱਡਾ ਉਤਸ਼ਾਹ, ਕਿਉਂਕਿ ਪਿੱਛੇ ਕਰੋਨਾ ਕਰਕੇ ਨਹੀਂ ਸਜਾਇਆ ਗਿਆ ਨਗਰ ਕੀਰਤਨ ਪਿਛਲੇ 2 ਸਾਲ ਤੋਂ, ਤੇ ਅਸੀਂ ਪਰਸੋਂ ਫਿਰ ਪ੍ਰੋਗਰਾਮ ਕੀਤਾ, ਹਫ਼ਤਾ ਪਹਿਲਾਂ ਵਿਚਾਰ ਕਰਕੇ ਨਗਰ ਕੀਰਤਨ ਦਾ ਪ੍ਰਬੰਧ ਕਰਕੇ ਸੰਗਤਾਂ ਨੂੰ ਬੇਨਤੀ ਕੀਤੀ। ਸੰਗਤਾਂ ਨੇ ਬੜੇ ਉਤਸ਼ਾਹ ਨਾਲ ਹੰਗਾਰਾ ਭਰਿਆ, ਸਾਰੀਆਂ ਸੰਗਤਾਂ ਇੱਥੇ ਇਲਾਕੇ ਦੀਆਂ ਪਹੁੰਚੀਆਂ। ਬੜੀ ਖੁਸ਼ੀ ਹੁੰਦੀ ਆ ਵੀ ਸੰਪਰਦਾਇ ਵੱਲੋਂ ਮਾੜੇ ਇੱਕ ਸੁਨੇਹਾ ਦੇ ਉੱਤੇ ਜਿਹੜੀਆਂ ਸੰਗਤਾਂ ਧੰਨ ਦੇ ਨਾਲ ਸੇਵਾਵਾਂ ਕਰਦੀਆਂ। ਬੜੀ ਖੁਸ਼ੀ ਆ, ਗਾਂ ਸਤਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਸੰਗਤਾਂ ਗੁਰੂ ਘਰ ਦੇ ਨਾਲ ਸਹਿਯੋਗ ਜਿਹੜੀਆਂ ਉਹ ਕਰਦੀਆਂ ਰਹਿਣ। ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਜਾਂ ਸਮਾਜ ਸੁਧਾਰ ਕਾਰਜ ਕੋਈ ਵੀ ਕੀਤੇ ਜਾਂਦੇ ਆ, ਸੰਪਰਦਾਇ ਨਾਲ ਸੰਗਤਾਂ ਨੂੰ ਸੁਨੇਹਾ ਦਿੱਤਾ, ਸੰਗਤਾਂ ਬੜੇ ਉਤਸ਼ਾਹ ਨਾਲ ਹਾਜ਼ਰੀਆਂ ਭਰਦੀਆਂ। ਅੱਜ ਵੀ ਸੰਗਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੰਬੰਧ ਵਿੱਚ ਪੰਜਾਬ ਦੇ ਸਰਹਾਲੀ ਤੋਂ ਚੋਲਾ ਸਾਹਿਬ ਨਗਰ ਕੀਰਤਨ ਸਜਾ ਰਹੇ, ਜਿਸ ਦਾ ਨਗਰ ਪਹਿਲਾਂ ਭੈਣੀ ਸੀ, ਉਹ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਹਾਜ਼ਰੀਆਂ ਭਰ ਰਹੀਆਂ। ਸਭ ਸੰਗਤਾਂ ਦਾ ਸੰਪਰਦਾਇ ਵੱਲੋਂ ਇਹ ਦਿਨੋਂ ਧੰਨਵਾਦ ਹੈ। ਸਭ ਸੰਗਤਾਂ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਾਂ, ਸਭ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ। ਤਰਨਤਾਰਨ ਦੇ ਨਜ਼ਦੀਕ ਪਿੰਡ ਜੋੜਾ ਵਿਖੇ ਨਹਿਰ ਵਿੱਚ 20 ਫੁੱਟ ਪਾੜ ਪੈਣ ਨਾਲ ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ, ਜਿਸ ਨਾਲ ਮੱਕੀ ਦੀ ਫਸਲ ਅਤੇ ਝੋਨੇ ਦੀ ਪਨੀਰੀ ਵੀ ਪੂਰੀ ਤਰ੍ਹਾਂ ਨਾਲ ਬਰਬਾਦ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦੇਰ ਰਾਤ ਨੂੰ ਇਸ ਨਹਿਰ ਵਿੱਚ ਪਾੜ ਪੈ ਗਿਆ ਤੇ ਇਸ ਨਾਲ ਲੱਗਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆਂ। ਉਹਨਾਂ ਕਿਹਾ ਕਿ ਪਿਛਲੇ 5 ਸਾਲਾਂ ਤੋਂ ਨਹਿਰ ਦੀ ਖਲਾਈ ਨਹੀਂ ਕੀਤੀ ਗਈ ਤੇ ਨਾ ਹੀ ਵਿਭਾਗ ਵੱਲੋਂ ਪਾਣੀ ਛੱਡਣ ਤੋਂ ਪਹਿਲਾਂ ਕੱਚੇ ਪਾਸਿਆਂ ਵੱਲ ਧਿਆਨ ਦਿੱਤਾ ਗਿਆ। ਮੇਰਾ ਨਾਮ ਗੁਰਦਿੱਤ ਸਿੰਘ ਆ, ਮੈਂ ਲੌਕੇ ਪਿੰਡ ਦਾ ਵਸਨੀਕ ਆ। ਪਹਿਲੀ ਗੱਲ ਤੇ ਸਰਕਾਰ ਪਾਣੀ ਦਿੰਦੀ ਨਹੀਂ, ਜੇ ਦਿੱਤਾ ਹੀ ਦਿੱਤਾ ਤੇ ਨਹਿਰਾਂ ਦੀ ਕੋਈ ਸਫਾਈ ਨਹੀਂ। ਵੇਖੋ ਕਿੱਦਾਂ ਬੂਝੇ ਆ, ਕੀ ਹਾਲ ਆ। ਕੱਲ ਪਾਣੀ ਛੱਡਿਆ, ਸਵੇਰੇ 3 ਵਜੇ ਦੀ ਨਹਿਰ ਟੁੱਟੀ ਆ, ਸਾਡਾ ਸਾਰਾ ਬਿਜਲੀ ਘਰ ਡੁੱਬ ਗਿਆ, ਜਿਹਦੇ ਨਾਲ 20 ਪਿੰਡ ਚੱਲਦੇ ਆ। 20 ਪਿੰਡ ਦੇ 20 ਪਿੰਡ ਹੀ ਇਸ ਵੇਲੇ ਬਿਜਲੀ ਤੋਂ ਬੰਦ ਆ, ਤੇ ਮੇਰੇ ਹਿਸਾਬ ਨਾਲ 2 ਦਿਨ ਬੱਤੀ ਨਹੀਂ ਕਿਸੇ ਨੂੰ ਮਿਲਣੀ। ਤੇ ਪ੍ਰਸ਼ਾਸਨ ਅਜੇ ਤੱਕ 9 ਵਜੇ ਦੇ 8:30 9 ਵਜੇ ਲੱਗੇ, ਕੋਈ ਇੱਥੇ ਅੜ ਕੇ ਪਰਿੰਦਾ ਨੇ ਪਰ ਨਹੀਂ ਮਾਰਿਆ। ਇਹ ਹਾਲ ਸਾਡੀਆਂ ਸਰਕਾਰਾਂ ਦੇ ਮਹਿਕਮਿਆਂ ਦਾ, ਤੇ ਇੱਥੇ ਬੰਦੀ ਕਾਰਵਾਈ ਕੀਤੀ ਜਾਵੇ। ਇਹਦੇ ਨਾਲ 4 ਪਿੰਡ ਮਾਰ ਪਾਊਗੀ, ਲੌਕਾ, ਨੱਥੂ ਚੱਕ ਤੇ ਕੈਰੋਂ ਤੇ ਜੌੜੇ ਦੀਆਂ ਫਸਲਾਂ ਨੂੰ। ਨਾ ਸਮੇਂ ਸਿਰ ਕੀਤੀ ਗਈ ਤੇ ਬਹੁਤ ਜ਼ਿਆਦਾ ਨੁਕਸਾਨ ਹੋਊਗਾ, ਘਰ ਡੁੱਬਣਗੇ, ਬਹੁਤ ਜ਼ਿਆਦਾ ਨੁਕਸਾਨ ਹੋਊ। ਰੇਲਵੇ ਲਾਈਨ ਨਾਲ ਆ, ਉਹਨਾਂ ਦਾ ਬਹੁਤ ਨੁਕਸਾਨ, ਜਿਹਨਾਂ ਝੋਨੇ ਲਾਏ ਉਹਨਾਂ ਦੇ ਮਾਰੇ ਜਾਣਗੇ ਜੀ। ਪਿੰਡ ਪਾਣੀ ਨਹਿਰ ਟੁੱਟ ਗਈ, ਕੀ ਮਸਲਾ, ਕੀ ਨੁਕਸਾਨ ਹੈ ਤੇ ਕਿਵੇਂ ਹੋਇਆ? ਨੁਕਸਾਨ ਵੀਰ ਜੀ ਆਪਣਾ 1.5 ਕਿੱਲੇ ਪੱਠਿਆਂ ਦਾ ਸੀਗਾ, ਮਕਈ ਦਾ। ਕਿੰਨੇ ਪਾਣੀ ਆਇਆ? ਹਾਂਜੀ, ਪਾਣੀ ਕਿੰਨੇ ਆਇਆ? ਪਾਣੀ ਤੜਕੇ ਕੋਈ 3 ਵਜੇ 2:30 ਵਜੇ ਮਤਲਬ ਪਾਣੀ ਜਿਹੜਾ ਟੁੱਟ ਗਈ ਨਹਿਰ। ਕਿੱਦਾਂ ਪਤਾ ਲੱਗਾ ਤੁਹਾਨੂੰ ਨਹਿਰ ਟੁੱਟ ਗਈ? ਪਾਣੀ ਸਾਨੂੰ ਫੋਨ ਕੀਤਾ ਸੀ ਲਾਗੋਂ ਬੈਂਕਾਂ ਵਾਲਿਆਂ ਨੇ। ਕੀ ਨੁਕਸਾਨ ਹੋਇਆ ਆਪਣਾ? 1.5 ਕਿੱਲਾ ਪੱਠਿਆਂ ਦਾ ਜਿਹੜਾ ਵੀ ਉਹ ਨੁਕਸਾਨ ਹੋ ਗਿਆ। ਹਾਂਜੀ, ਹੋਰ ਦਾਦੇ ਚਾਚੇ ਦੇ ਮੁੰਡੇ ਦਾ ਉਹਦੇ ਵੀ ਅੱਧਾ ਕਿੱਲਾ ਪੱਠੇ ਦਾ ਸੀ, ਉਹਦਾ ਵੀ ਮਤਲਬ ਮਾਰੇ ਗਏ ਪੱਠੇ। ਉਹਦੇ ਵੀ ਗਾਂ ਸਾਡੇ ਪਾਰਲੇ ਪਾਸੇ ਪੱਠੇ ਆ 1.5-2 ਕਿੱਲੇ ਪਹਿਲੀ ਠੇਕੇ ਦਿੱਤੀ ਸੀਗੀ ਬੰਦਿਆਂ ਨੂੰ, ਉਧਰ ਵੀ ਜਾ ਕੇ ਪਾਣੀ ਚਲ ਗਿਆ, ਉਹ ਵੀ ਪੱਠੇ ਬੇਕਾਰ ਹੋ ਗਏ ਸਾਰੇ। ਕੀ ਕਹਿ ਸਕਦੇ ਆ ਸਰਕਾਰ ਦੀ ਨਲਾਇਕੀ ਜਾਂ ਅਣਗਹਿਲੀ ਕਰਕੇ ਜਿਹੜਾ ਪਾਣੀ ਆਇਆ ਜਿਹੜਾ? ਹਾਂਜੀ ਸਰਦਾਰ ਜੀ, ਇਸ ਤਰ੍ਹਾਂ ਮਤਲਬ ਨਾ ਖਲਾਈ ਨਹੀਂ ਕੀਤੀ ਪਹਿਲਾਂ, ਠੀਕ ਹੈ। ਅਗਲੇ ਪਾਸੇ ਮਤਲਬ ਅੜੇ ਸੀਗੇ ਰੁੱਖ, ਬੁੱਝ ਬੱਝ ਅੜ ਗਏ ਵਿੱਚ, ਤੇ ਕਰਕੇ ਜਿਹੜੇ ਉਹ ਖਲਾਈ ਨਹੀਂ ਹੋਈ ਤੇ ਉਹ ਟੁੱਟ ਗਈ ਇੱਕ ਥਾਂ ਤੋਂ। ਬਟਾਲਾ ਦੇ ਮੁੱਖ ਬਾਜ਼ਾਰ ਸਿਟੀ ਰੋਡ ਤੇ ਇੱਕ ਜਵੈਲਰੀ ਸ਼ੋਰੂਮ ਅੱਜ ਤੜਕਸਾਰ ਅੱਗ ਦੀ ਚਪੇਟ ਵਿੱਚ ਆ ਗਿਆ। ਅੱਗ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਭਾਰੀ ਨੁਕਸਾਨ ਹੋਣ ਦਾ ਬਚਾ ਲਿਆ, ਪਰ ਫਿਰ ਵੀ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਭਾਜੀ ਕੀ ਨਾਮ ਤੁਹਾਡਾ? जतिन ਸਰ ਕਿੰਨਾ ਕੀ ਕਾਰਨ ਹੈ? हो सकता है शायद शॉर्ट सर्किट कारण हो गया। ਕਿੰਨੇ ਵਜੇ ਦੀ ਗੱਲ ਹੈ? 1 घंटा पहले ਕਿੰਨਾ ਕੁ ਨੁਕਸਾਨ ਆਇਆ ਤੁਹਾਡਾ? नुकसान हम देखो यार, एसी उसी सारे सड़ गए हैं, काफ़ी नुकसान है। ਕਾਹਦੀ ਦੁਕਾਨ ਸੀ? सुनहरे दी ਕਿਸ ਤਰ੍ਹਾਂ ਪਤਾ ਲੱਗਾ? फोन आया है किसी का, कहते धुआं निकलन रहा, आके चेक कर लो। देखा तो काफ़ी ज़्यादा धुआं है। ਕਿਹੜਾ ਜੁਐਲਰ ਹੈ ਨਾ? दर्शन ज्वेलर। ਕੀ ਨਾਮ ਭਾਈ? ਮੇਰਾ ਨਿਤੇਸ਼। ਕੀ ਕਾਰਨ ਹੈ, ਕਿਸ ਤਰ੍ਹਾਂ? DVR
ਹੀਟ ਹੋ ਕੇ ਸ਼ਾਰਟ ਸਰਕਟ ਹੋਇਆ ਉਹਦਾ। ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ? ਸਾਨੂੰ ਤਾਂ ਸਵੇਰੇ ਕਿਸੇ ਨੇ ਫੋਨ ਕੀਤਾ ਧੂੰਆਂ ਵੇਖ ਕੇ। ਅੱਛਾ ਜੀ, ਹਾਂਜੀ। ਕਿੰਨਾ ਕੁ ਨੁਕਸਾਨ ਹੈ ਨੁਕਸਾਨ ਕਿੰਨਾ? ਨੁਕਸਾਨ ਇਹੀ ਜੋ ਦੇਖ ਰਹੇ ਹੋ ਤੁਸੀਂ, ਤੁਹਾਡੇ ਸਾਹਮਣੇ ਹੀ ਹੈ। ਸ਼ਾਰਟ ਸਰਕਟ ਕਾਰਨ? ਹਾਂਜੀ। ਕਿੰਨੇ ਕੁ ਦੀ ਗੱਲ ਹੈ? 6 ਵਜੇ ਸਾਨੂੰ ਪਤਾ ਲੱਗਾ। ਸਵੇਰੇ 6 ਵਜੇ? ਹਾਂਜੀ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅਗਨੀਪਥ ਸਕੀਮ ਦੇ ਕੀਤੇ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਲੋਕਾਂ ਵੱਲੋਂ ਪੁਤਲੇ ਫੂਕ ਪ੍ਰਦਰਸ਼ਨ ਅਤੇ ਟ੍ਰੇਨਾਂ ਤੱਕ ਨੂੰ ਅੱਗ ਲਗਾ ਦਿੱਤੀ ਗਈ। ਮਾਹੌਲ ਨੂੰ ਤਣਾਅਪੂਰਨ ਹੁੰਦਾ ਦੇਖ ਡੀਐਸਪੀ ਫਲੋਰ ਹਰਨੀਲ ਸਿੰਘ ਅਤੇ ਜੀਆਰਪੀ ਦੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਫਲੋਰ ਦਾ ਦੌਰਾ ਕੀਤਾ ਅਤੇ 100 ਤੱਕ ਮੁਲਾਜ਼ਮਾਂ ਦੀ ਨਫਰੀ ਤੈਨਾਤ ਕੀਤੀ ਗਈ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਫਲੋਰ ਦਾ ਮਾਹੌਲ ਸ਼ਾਂਤਮਈ ਹੈ। ਪੁਲਿਸ ਸ਼ਾਂਤਮਈ ਮਾਹੌਲ ਨੂੰ ਬਰਕਰਾਰ ਰੱਖਣ ਲਈ ਸੁਚੱਜੇ ਢੰਗ ਨਾਲ ਕੰਮ ਕਰ ਰਹੀ ਹੈ। ਜੋ ਅੱਜ ਜਿਹੜੀ ਸੀਗੀ ਭਾਰਤੀ ਨੌਜਵਾਨ ਸਭਾ ਜਿਹੜੀ ਹੈਗੀ ਆ, ਇਹਨਾਂ ਨੇ ਜਿਹੜੀ ਕਾਲ ਦਿੱਤੀ ਸੀ ਇੱਥੇ, ਉਹਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੀ ਅਸੀਂ ਇਸ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਆ ਤੇ ਜਿਹੜਾ ਹੈਗਾ ਇਹਦੀ ਕੋਈ ਕਿਸੇ ਤਰ੍ਹਾਂ ਦਾ ਕਿਸੇ ਇੱਥੇ ਅਣਸੁਖਾਵੀ ਘਟਨਾ ਨਾ ਵਾਪਰੇ ਤੇ ਅਸੀਂ ਇਸ ਸਿਕਿਉਰਿਟੀ ਨੂੰ ਮੁੱਖ ਰੱਖਦੇ ਹਾਂ। ਜਿਹੜੇ ਇਸ 'ਤੇ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਆ। ਸਰ ਕਿੰਨੀ ਨਫਰੀ ਤੈਨਾਤ ਕੀਤੀ ਸਰ? ਸਾਡੇ ਕੋਲ ਇੱਥੇ ਕਰੀਬ 70 ਦੇ ਕਰੀਬ ਇੱਥੇ ਮੁਲਾਜ਼ਮ ਸਾਡੇ ਕੋਲ ਪ੍ਰੈਜ਼ੈਂਟ ਨੇ। ਸਥਿਤੀ ਕਿੱਦਾਂ ਸਰ? ਨਹੀਂ, ਸਥਿਤੀ ਕਿੱਦਾਂ ਦੀ? ਬਿਲਕੁਲ ਜਿਹੜੀ ਹੈਗੀ ਆ ਅਮਨ ਕਾਨੂੰਨ ਦੀ ਜਿਹੜੀ ਅਵਸਥਾ ਪੀਸਫੁਲ ਆ ਜੀ। ਜਲੰਧਰ ਦੇ ਗੁਰਾਇਆ ਵਿਖੇ ਗੁਰਾਇਆ ਜੁਐਲਰੀ ਐਸੋਸੀਏਸ਼ਨ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਹੀਰਾ ਲਾਲ ਵੱਲੋਂ ਕੀਤੀ ਗਈ ਅਤੇ ਇਸ ਮੀਟਿੰਗ ਦਾ ਮੁੱਖ ਕਾਰਨ ਇਹ ਸੀ ਕਿ ਗਰਮੀਆਂ ਨੂੰ ਦੇਖਦੇ ਹੋਏ ਗੁਰਾਇਆ ਜੁਐਲਰੀ ਐਸੋਸੀਏਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਗੁਰਾਇਆ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੀਆਂ ਜਿੰਨੀਆਂ ਵੀ ਜੁਐਲਰੀ ਅਤੇ ਵੈਸਟਰਨ ਯੂਨੀਅਨ ਦੀਆਂ ਦੁਕਾਨਾਂ ਹਨ ਉਹ ਸੰਪੂਰਨ ਤੌਰ ਤੇ ਬੰਦ ਰਹਿਣਗੀਆਂ। ਗਰਮੀ ਦੀ ਛੁੱਟੀਆਂ ਕਰਕੇ ਮੀਟਿੰਗ ਕੀਤੀ ਹੈ। ਸਾਡੇ ਸਾਰੇ ਗਰਾਇਆ ਦੇ ਆਸੇ-ਪਾਸੇ ਸਾਰੇ ਪਿੰਡ ਤੇ ਗਰਾਇਆ ਜੁਐਲਰ ਐਸੋਸੀਏਸ਼ਨ ਵੱਲੋਂ ਬੜਾ ਪਿੰਡ ਗਰਾਇਆ ਮੇਨ ਤੇ ਆਸੇ-ਪਾਸੇ ਪਠੱਡਾ ਪਿੰਡ ਦੇ ਸਾਰੇ ਸੁਨਿਆਰੇ ਦੁਕਾਨਾਂ ਬੰਦ ਰਹਿਣਗੀਆਂ 24, 25, 26 ਨੂੰ ਤੇ ਇਸ ਕਰਕੇ ਸਾਰੇ ਗਾਹਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਇਸ ਕਰਕੇ ਮੀਟਿੰਗ ਕੀਤੀ ਗਈ ਹੈ। ਸਾਰੀਆਂ ਦੁਕਾਨਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24, 25, 26 ਤਰੀਕ ਨੂੰ ਬੰਦ ਰਹਿਣਗੀਆਂ। ਕੇਂਦਰ ਸਰਕਾਰ ਵੱਲੋਂ ਲਿਆਈ ਗਈ ਅਗਨੀਪਥ ਯੋਜਨਾ ਦਾ ਵਿਰੋਧ ਹੁਣ ਜਲੰਧਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਜਲੰਧਰ ਵਿਖੇ ਨੌਜਵਾਨਾਂ ਵੱਲੋਂ ਰਾਮਾ ਮੰਡੀ ਤੋਂ ਪੀਏਪੀ ਪੁਲ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਉੱਥੇ ਹੀ ਜੰਮ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 2020 ਤੋਂ ਉਹ ਪੇਪਰ ਦੇਣ ਨੂੰ ਬੈਠੇ ਹੋਏ ਹਨ, ਲੇਕਿਨ ਹਰ ਵਾਰ ਉਹਨਾਂ ਦੇ ਪੇਪਰ ਰੱਦ ਕਰ ਦਿੱਤੇ ਗਏ। ਲੇਕਿਨ ਹੁਣ ਜੋ ਸਰਕਾਰ ਵੱਲੋਂ ਪਾਲਿਸੀ ਲਿਆਂਦੀ ਗਈ ਹੈ, ਜਿਸ ਵਿੱਚ ਕਿ ਹੁਣ ਉਹਨਾਂ ਦੀਆਂ ਉਮਰਾਂ ਵੀ ਲੰਘ ਗਈਆਂ ਹਨ। ਪਹਿਲੀ ਮੰਗ ਸਾਡੀ ਇਹ ਆ ਕਿ ਸਾਨੂੰ ਸਾਡਾ ਪੇਪਰ ਚਾਹੀਦਾ ਹੈ। ਪੇਪਰ ਇਹਨਾਂ ਨੇ ਰੱਦ ਕਰਦਾ ਹੈ। ਸਾਲ 1.5 ਸਾਲ ਤੋਂ ਅਸੀਂ ਵੇਟ ਕਰਦੇ ਆ ਪੇਪਰ ਦੀ। ਇੱਕ ਦਿਨ ਅਸੀਂ ਮਾਰ ਕੱਟਣ ਦੇ ਆ। ਸਾਨੂੰ ਬਾਅਦ ਜਿੱਦਾਂ ਅਸੀਂ ਦਿਨ ਕੱਟਣ ਦੇ ਆ, ਘਰ ਦੇ ਹੀ ਲਾਹਨਤਾਂ ਪਾਉਂਦੇ ਆ। ਠੀਕ ਆ, ਅਸਰ ਹੁਣ ਅਸੀਂ ਕਿੱਧਰ ਜਾਈਏ? ਇੱਕ ਇਹੀ ਸਾਡੇ ਤੋਂ ਉਮੀਦ ਆ, ਇਹ ਵੀ ਉਮੀਦ ਸਾਡੀ ਟੁੱਟਣ ਦੀ ਆ। ਤੁਸੀਂ ਆਪ ਹੀ ਦੱਸੋਗੇ ਕਿੱਧਰ ਜਾਈਏ? ਤਰੀਕ ਦੇ ਹਰ ਮਹੀਨੇ ਸਰ ਪੇਪਰ ਦੀ ਤਰੀਕ ਹਰ ਮਹੀਨੇ ਪੋਸਟਪੋਨ ਸਰ ਤਰੀਕ ਦਿੰਦੇ, ਅਸੀਂ ਪੜ੍ਹਨ ਲੱਗ ਜਾਂਦੇ ਆ। ਸਵੇਰ 5 ਵਜੇ ਉੱਠੀਦਾ, ਸਾਰਾ ਦਿਨ ਸਾਰਾ ਹੀ ਪੜ੍ਹਦੇ ਆ, ਪਰ ਸਾਨੂੰ ਪਤਾ ਜਿੱਦਾਂ ਇਹ ਹੋੜੀਏ ਪੋਸਟਪੋਨ ਕਰਤਾ, ਇਹ ਕੀ ਚੱਕਰ? ਹੁਣ ਪਤਾ ਨਹੀਂ ਲੱਗਣ ਦਿੱਤਾ, ਪੇਪਰ ਰੱਦ ਕਰਤਾ। ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ, ਕਿੱਥੇ ਜਾਈਏ? ਕਹਿੰਦੇ ਜ਼ਿਆਦਾ ਜਿਹੜਾ ਖਰਚਾ ਹੈ ਉਹ ਰੱਖ ਰਖਾਵ 'ਚ ਜਾ ਰਿਹਾ, ਪੈਨਸ਼ਨਾਂ 'ਚ ਜਾ ਰਿਹਾ, ਇਸ ਕਰਕੇ ਸਕੀਮ ਲੈ ਕੇ ਆਏ ਆ। ਐਮਪੀ ਦੇ ਐਮਐਲਏ ਦੀ ਦਿਖਾ ਦੇਣੀ ਖਰਚਾ ਹੁੰਦਾ, ਉਹ ਕਰੋੜਾਂ ਲੱਖਾਂ ਵਾ। ਬਾਕੀ ਇਹਨਾਂ ਨੂੰ ਟੀਓਡੀ ਬੰਦ ਕਰਨੀ ਪੈਣੀ ਆ। ਸਾਡਾ 2 ਸਾਲਾਂ ਦਾ ਪੇਪਰ ਇਹ ਤਰੀਕਾਂ ਦੇਂਦੇ ਆ ਤੇ ਸਾਡਾ ਪੇਪਰ ਦੀ ਇਹਨਾਂ ਨੂੰ ਲਿਖਤੀ ਪੱਕੀ ਤਰੀਕ ਦੇਣੀ ਚਾਹੀਦੀ ਇਹਨਾਂ ਨੂੰ। ਸਰਕਾਰੀ ਅਧਿਆਪਕ ਲੱਖ ਤੇ ਉਹਨਾਂ ਲਈ ਖਰਚਾ ਨਹੀਂ ਹੈਗਾ। ਭਾਈ 62 ਨੌਜਵਾਨ ਸੁਸਾਈਡ ਕਰ ਚੁੱਕੇ, 62 ਨੌਜਵਾਨ ਅਜੇ ਤੱਕ, ਉਹਨਾਂ ਵਿਚਾਰਿਆਂ ਨੂੰ ਕੀ ਮਿਲਿਆ? ਇਹਦੇ ਕੁਝ ਨਹੀਂ ਭਾਈ ਜੀ। ਪੰਜਾਬ ਸਰਕਾਰ ਦਾ ਪੇਪਰ, ਪੰਜਾਬ ਪੁਲਿਸ ਦਾ ਪੇਪਰ ਲਿਆ ਨਾ, ਉਹਨਾਂ ਮੁੰਡਿਆਂ ਨੂੰ ਉਹਨਾਂ ਨੇ ਕੋਈ ਦੱਸਿਆ ਠੀਕ ਹੈ ਨਾ। ਆਸਾਂ ਹੀ ਟੁੱਟ ਗਈਆਂ ਬਾਕੀ ਸਾਰੀਆਂ ਸਰਕਾਰਾਂ ਰਲੀਆਂ ਵਾ, ਮਿਲੀ ਭੁਗਤ ਇਹਨਾਂ ਦੀ। ਤੇ ਬਾਕੀ ਅਸੀਂ ਟੀਓਡੀ ਬੰਦ ਕਰਨਾ ਚਾਹੁੰਦੇ, ਟੀਓਡੀ ਨਾ ਲੱਗੇ, ਟੀਓਡੀ ਬੰਦ ਹੋਣਾ ਚਾਹੀਦਾ ਵਾ। ਦੇਖੋ ਜੀ, ਸਰਕਾਰ ਵੱਲੋਂ ਬਹੁਤ ਹੀ ਕਨਹੋਣੀ ਜਿਹੜੀ ਆਪਾਂ ਕਹਿ ਸਕਦੇ, ਸਾਡੇ ਵਾਸਤੇ ਤਾਂ ਇਹ ਯੋਜਨਾ ਬਿਲਕੁਲ ਵੀ ਚੰਗੀ ਨਹੀਂ ਹੈਗੀ ਜੀ। ਠੀਕ ਆ ਜੀ, ਸਾਨੂੰ 5 ਤੋਂ 7 ਸਾਲ ਹੋ ਗਏ ਗਰਾਊਂਡਾਂ ਵਿੱਚ ਗੋਡੇ ਘਸਾਉਂਦਿਆਂ ਨੂੰ। ਠੀਕ ਆ, ਸਾਨੂੰ ਪਹਿਲਾਂ ਇਹ ਕਿਹਾ ਗਿਆ ਸਾਡਾ ਘੱਟ ਤੋਂ ਘੱਟ 5 ਤੋਂ ਲੈ ਕੇ 7 ਵਾਰ ਪੋਸਟਪੋਨ ਹੋ ਗਿਆ ਸਾਡਾ ਐਗਜ਼ਾਮ। 2020 ਦੇ ਵਿੱਚ ਅਸੀਂ ਭਰਤੀ ਦੇਖੀ ਆ, ਸਾਡਾ ਉਸ ਤੋਂ ਬਾਅਦ ਕੰਟੀਨਿਊ ਹੋਣ ਤੱਕ ਐਗਜ਼ਾਮ ਸਾਡਾ ਜਿਹੜਾ ਹੈਗਾ ਵਾ ਉਹ ਪੋਸਟਪੋਨ ਹੁੰਦਾ ਜਾ ਰਿਹਾ ਵਾ। ਅਸੀਂ ਦਿੱਲੀ ਵੀ ਗਏ ਆ, ਅਸੀਂ ਜਲੰਧਰ ਵੀ ਧਰਨਾ ਲਾਇਆ, ਅਸੀਂ ਹਰੇਕ ਜਗ੍ਹਾ ਤੇ ਧਰਨਾ ਲਾ ਕੇ ਆਏ ਆ। ਸਾਨੂੰ ਸਰਕਾਰ ਨੇ, ਪ੍ਰਸ਼ਾਸਨ ਨੇ
ਇੱਕੋ ਹੀ ਸਾਨੂੰ ਵਾਅਦਾ ਸਾਡੇ ਨਾਲ ਕੀਤਾ ਸੀਗਾ ਵੀ ਜਿਹੜਾ ਤੁਹਾਡਾ ਐਗਜ਼ਾਮ ਆ ਉਹ ਤੁਹਾਡਾ ਪਿਛਲੇ ਅਕੋਰਡਿੰਗ, ਪਿਛਲੇ ਸਿਸਟਮ ਦੇ ਅਕੋਰਡਿੰਗ, ਪਿਛਲੇ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੀ ਕਰਵਾਇਆ ਜਾਊਗਾ। ਬਟ ਹੁਣ ਸਾਨੂੰ ਬਿਨਾਂ ਦੱਸੇ ਸਾਡਾ ਜਿਹੜਾ ਪੇਪਰ ਆ ਉਹ ਕੈਂਸਲ ਕਰ ਦਿੱਤਾ ਗਿਆ ਵਾ। ਜਿਹੜੀ ਉਮਰ ਆ ਸਾਡੀ ਉਮਰ ਵੀ ਇਹਦੇ ਵਿੱਚੋਂ ਨਿਕਲ ਗਈ ਆ। ਦੇਖੋ ਸਾਡੀ 23 ਸਾਲ 22 ਸਾਲ ਤੋਂ ਉੱਪਰ ਉਮਰ ਹੋ ਗਈ ਆ। ਠੀਕ ਆ ਜੀ, ਹੁਣ ਅਸੀਂ ਕਿਹੜੇ ਰਾਸਤੇ ਤੇ ਜਾਵਾਂਗੇ? ਸਾਡਾ ਪਿਛਲਾ ਪੇਪਰ ਵੀ ਕੈਂਸਲ ਕਰ ਦਿੱਤਾ, ਅਸੀਂ ਅੱਗੇ ਵੀ ਕੋਈ ਭਰਤੀ ਨਹੀਂ ਵੇਖ ਸਕਦੇ। ਸਾਡੇ ਮਾਪਿਓ ਦੀਆਂ ਉਮੀਦਾਂ, ਸਾਡੀਆਂ ਉਮੀਦਾਂ ਸਾਰੀਆਂ ਟੁੱਟ ਗਈਆਂ। ਅਸੀਂ ਮਰਨ ਤੇ ਮਜਬੂਰ ਹੋ ਗਏ ਆ। ਸਾਨੂੰ ਮਜਬੂਰੀ 'ਚ ਅੱਜ ਘਰਾਂ ਤੋਂ ਬਾਹਰ ਨਿਕਲ ਕੇ ਆਉਣਾ ਪਿਆ ਵਾ ਇੱਥੇ। ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਵਿਰੋਧ ਦਾ ਸੇਕ ਹੁਣ ਪੰਜਾਬ ਤੱਕ ਵੀ ਪਹੁੰਚ ਗਿਆ ਹੈ। ਲੁਧਿਆਣਾ ਰੇਲਵੇ ਸਟੇਸ਼ਨ ਉੱਪਰ ਭੰਨਤੋੜ ਅਤੇ ਪੁਲਿਸ ਉੱਪਰ ਪੱਥਰਬਾਜ਼ੀ ਦੀ ਘਟਨਾ ਮਗਰੋਂ ਸੂਬੇ ਅੰਦਰ ਹਾਈ ਅਲਰਟ ਕਰ ਦਿੱਤਾ ਗਿਆ ਅਤੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾਈ ਗਈ। ਅੰਬਾਲਾ ਲੁਧਿਆਣਾ ਮੁੱਖ ਰੇਲ ਮਾਰਗ ਉੱਪਰ ਪੈਂਦੇ ਖੰਨਾ ਰੇਲਵੇ ਸਟੇਸ਼ਨ ਤੇ ਵੀ ਸੁਰੱਖਿਆ ਵਧਾਈ ਗਈ ਅਤੇ ਸਟੇਸ਼ਨ ਨੂੰ ਜਾਣ ਵਾਲੇ ਮੁੱਖ ਰਾਸਤੇ ਉੱਪਰ ਬੈਰੀਕੇਟਿੰਗ ਕੀਤੀ ਗਈ। ਐਸਐਸਪੀ ਖੰਨਾ ਰਵੀ ਕੁਮਾਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਦੇ ਮੁਹੱਲਾ ਜਵਾਲਾ ਸਿੰਘ ਨਗਰ ਵਿੱਚ ਜੋ ਇੱਕ ਔਰਤ ਦੀ ਲਾਸ਼ ਮਿਲੀ ਸੀ, ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਸ ਪੂਰੀ ਘਟਨਾ ਦੌਰਾਨ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਤੇ ਨਸ਼ੇ ਦੀ ਹਾਲਤ ਵਿੱਚ ਹੀ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਰ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਇਹ ਵੀ ਦਾਅਵਾ ਕਰਦੇ ਹਨ ਕਿ ਨਸ਼ੇ ਦਾ ਲੱਕ ਤੋੜ ਦਿੱਤਾ ਗਿਆ ਹੈ ਜਾਂ ਨਸ਼ੇ ਨੂੰ ਜੜ ਤੋਂ ਖਤਮ ਕਰ ਦਿੱਤਾ ਗਿਆ ਹੈ। ਪਰ ਇਸ ਵਾਰਦਾਤ ਦਾ ਮੁੱਖ ਕਾਰਨ ਹੀ ਨਸ਼ਾ ਹੈ, ਜਿਸ ਕਾਰਨ ਅੱਜ ਇੱਕ ਪੁੱਤ ਵੱਲੋਂ ਆਪਣੀ ਮਾਂ ਦੀ ਜਾਨ ਲੈ ਲਈ ਗਈ। ਝਗੜਾ ਕਿਹਦੇ ਨਾਲ? ਮਾਂ ਨਾਲ? ਫਿਰ ਕਿੰਨੀ ਸੀ ਯਾਰ? ਓਕੇ, ਪਤਾ ਨਹੀਂ ਕਿਉਂ ਸੀ ਗੁੱਸੇ ਤੋਂ। ਫਿਰ 10-20 ਰੁਪਏ ਦਾ ਚੱਕਰ 10 ਰੁਪਏ ਮੰਗਦਾ, 20 ਰੁਪਏ 20 ਰੁਪਏ ਮਾਂ ਨੇ ਦਿੱਤੇ ਨੇ ਤੇ ਫਿਰ ਉਸੇ ਦਾ ਨਾ ਕੋਈ ਹੱਥ ਪਾਈ ਹੋਵੇ, ਉਸੇ ਦਾ ਹੱਥ ਪਾਈ ਹੋਵੇ ਸੀ ਪਰ ਨਹੀਂ ਦਾ। ਅੱਛਾ, ਫਿਰ ਗੁੱਸੇ 'ਚ ਕੀ ਮਾਰਿਆ? ਸਾਡੇ ਮਾਰਾ ਕੋਲ ਡੰਡਾ ਮਾਰਤਾ। ਕਿੱਥੇ ਮਾਰਿਆ ਸੀ? ਉਹ ਮੁੰਡਾ ਰਿਪੋਰਟ ਕਹਿੰਦਾ ਮੈਂ ਦੇ ਕੇ ਜਾਣਾ, ਤੁਹਾਨੂੰ ਮਿਲ ਜੂ ਤੇ ਲਿਆਉਣਾ। ਤੇ ਫਿਰ ਕਿੰਨੇ ਦਿਨ ਮਾਂ ਮਰੀ ਰਹੀ? ਕੋਈ 5-6 ਦਿਨ। ਤੇ ਤੁਸੀਂ ਦੱਸਿਆ ਨਹੀਂ ਨਾ, ਤੁਸੀਂ ਭੱਜੇ? ਨਾ, ਮੈਨੂੰ ਪਤਾ ਨਹੀਂ। ਨਹੀਂ, ਮਾਂ ਉਹਦੇ ਮਰ ਗਈ ਸੀ ਜਦੋਂ ਡੰਡਾ ਮਾਰਿਆ ਜਾਂ ਤੜਫਦੀ ਸੀ? ਉਹਦੇ ਕੋਈ ਪਤਾ ਨਹੀਂ ਲੱਗਾ, ਉਹ ਕੋਈ ਘੰਟੇ ਬਾਅਦ ਪਾਣੀ ਗਿਆ। 10 ਰੁਪਏ ਮੰਗੇ ਸੀ ਤੁਸੀਂ ਤੇ ਮਾਂ ਨੇ ਦਿੱਤੇ ਨੇ, ਇਸੇ ਗੱਲ ਤੋਂ ਝਗੜਾ? 10-20 ਰੁਪਏ ਤੇ 10-20 ਰੁਪਏ ਦੇ ਕਰਕੇ ਮਾਂ ਮਾਰ ਦੇਣੀ ਸੀ? ਨਹੀਂ, ਇੰਨੀ ਗੱਲ ਤਾਂ ਉੱਥੇ ਹੀ ਚੱਕਰੇ। ਅੱਗੇ ਮੈਂ ਕਦੀ ਪੈਸੇ ਲੈਂਦਾ ਨਹੀਂ ਹੁੰਦਾ, ਕਦੀ 50 ਰੁਪਏ ਲੈਂਦਾ ਹੁੰਦਾ ਹੈ। ਜਾਂ ਮੇਰੇ ਕੋਲ ਕੱਪੜੇ ਵੀ ਨਹੀਂ ਤੇ ਖਾਣ ਲਈ ਰੋਟੀ ਨਹੀਂ ਹੁੰਦੀ। ਤੇ ਜੇ ਮੈਂ ਬਾਹਰ ਗੁਰਦੁਆਰੇ ਖਾਣ ਜਾਂਦਾ ਸੀ, ਉਹ ਕਹਿੰਦੇ ਕੱਪੜੇ ਛੋਟੇ ਆ, ਪੂਰੇ ਪਾ ਕੇ ਆ। ਤੇ ਮੇਰੇ ਕੋਲ ਕੱਪੜੇ ਨਹੀਂ ਹੁੰਦੇ, ਖਾਣ ਲਈ ਕੁਝ ਨਹੀਂ। ਤੇ ਗੁੱਸੇ ਆ ਜੀ ਮੇਰਾ ਕੀ ਹਾਲ ਕੀਤਾ ਪਿਆ। ਮੈਂ ਸਾਰੀ ਉਮਰ ਪ੍ਰਦੇਸ਼ਾਂ 'ਚ ਲਈ ਹੈ, 20 ਸਾਲ ਮੈਂ ਬਾਹਰ ਲਾਏ ਆ, ਇੰਨੀ ਸਾਲ ਧੱਕੇ ਲਾਏ। ਸਾਰਾ ਕੁਛ ਮੈਂ ਤੁਹਾਨੂੰ ਇੱਥੇ ਬਣਾ ਕੇ ਦਿੱਤਾ, ਸਾਰਾ ਕੁਛ ਤੁਹਾਨੂੰ ਦਿੱਤਾ, ਜ਼ਮੀਨ ਜਾਇਦਾਦ ਹਰ ਚੀਜ਼। ਦਹਾਂ ਵੀ ਭੁੱਖੇ ਮਰਨ ਦਾ ਹੀ ਬਸ। ਫਗਵਾੜਾ ਦੇ ਦਰਵੇਸ਼ ਪਿੰਡ ਦੇ ਐਕਸਿਸ ਬੈਂਕ ਨੂੰ ਅਚਾਨਕ ਹੀ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਮੌਕੇ ਤੇ ਹੀ ਬੈਂਕ ਮੈਨੇਜਰ ਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦੇ ਦਿੱਤੀ। ਉਹਨਾਂ ਵੱਲੋਂ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿੰਨਾ ਕੁ ਨੁਕਸਾਨ ਹੋਇਆ। ਗਨੀਮਤ ਇਹ ਰਹੀ ਕਿ ਇਸ ਅੱਗ ਦੇ ਨਾਲ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਦਾ ਕਾਰਨ ਜੀ ਸ਼ਾਰਟ ਸਰਕਟ ਆ। ਸਾਨੂੰ ਸਵੇਰੇ ਅੱਜ 9:16 ਤੇ ਕੋਲ ਆਈ ਇਹਨਾਂ ਦੀ, ਇੱਥੇ ਬੈਂਕ 'ਚ ਅੱਗ ਲੱਗੀ ਆ। ਅਸੀਂ ਮੌਕੇ ਤੇ ਆਪਣੀ ਟੀਮ ਨਾਲ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਤੇ ਇਹਨਾਂ ਦਾ ਕਾਫੀ ਅੰਦਰ ਸਮਾਨ ਜਿਹੜਾ ਸੜ ਗਿਆ ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ? ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਹਜੇ ਨਹੀਂ ਲਗਾਇਆ। ਇਹਨਾਂ ਨੇ ਆਪਣੀ ਲਿਸਟ ਦਿੱਤੀ ਆ, ਉਹਨੂੰ ਵੈਰੀਫਾਈ ਕੀਤਾ ਜਾਊਗਾ ਜੋ ਵੀ ਹੋਣਾ। ਲਿਸਟ ਦੇ ਵਿੱਚ ਕੀ ਕੀ ਹੈ ਜੀ? ਕਾਫੀ ਜਿੱਦਾਂ ਇਹਨਾਂ ਦੇ PC ਆ, CCTV ਸਿਸਟਮ ਆ, ਹੋਰ ਵੀ ਕਾਫੀ ਕੁਝ, ਫਰਿੱਜ ਵਗੈਰਾ ਆ, ਬੈਟਰੀ, ਸਾਰਾ ਸਮਾਨ। ਕੀ ਮਾਮਲਾ ਜਿਹੜਾ ਦਰਵੇਸ਼ ਪਿੰਡ ਵਿੱਚ ਆਏ ਆ? ਹਾਂਜੀ, ਆ ਦਰਵੇਸ਼ ਪਿੰਡ ਆਏ ਆ। ਇੱਥੇ ਇਹਨਾਂ ਨੇ ਮੈਨੇਜਰ ਸਾਹਿਬ ਨੇ ਫੋਨ ਕੀਤਾ ਸੀ ਕਿ ਐਕਸਿਸ ਬੈਂਕ ਦੀ ਅੱਗ ਲੱਗੀ ਹੈ ਤੇ ਜਿੱਥੇ ਅਸੀਂ ਮੌਕੇ 'ਤੇ ਫਾਇਰ ਬ੍ਰਿਗੇਡ ਵਾਲੇ ਆ ਗਏ ਸੀ ਟਾਈਮ ਨਾਲ, ਜੋ ਮੌਕੇ 'ਤੇ ਅੱਗ ਦਾ ਕਾਬੂ ਤਾਂ ਪਾ ਲਿਆ ਤੇ ਇਹ ਲੱਗ ਰਿਹਾ ਕਿ ਸ਼ਾਰਟ ਸਰਕਟ ਹੋਇਆ। ਬਾਕੀ ਸੇਫ ਹਨ, ਇਹਨਾਂ ਦਾ ਸੇਫ ਲੋਕ ਹੈ। ਤੇ ਸਰ ਨੁਕਸਾਨ ਵਗੈਰਾ ਇਹਨਾਂ ਦਾ ਕਿੰਨਾ ਕੁ ਹੋ ਗਿਆ? ਲਗਭਗ ਨੁਕਸਾਨ ਕਾਫੀ ਹੋ ਗਿਆ ਇਹਨਾਂ ਦੇ, AC ਵਗੈਰਾ ਸਾਰਾ ਕੁਝ, ਪ੍ਰਿੰਟਰ ਸਾਰੇ ਹੋ ਗਏ ਤੇ ਬਾਕੀ ਦੇਖਦੇ ਹਾਂ ਅਸੀਂ ਜੋ ਵੀ ਹੈ ਇਹਨਾਂ ਨੂੰ ਜੋ ਮਦਦ ਮਿਲਦੀ ਹੈ ਅਸੀਂ ਖਵਾਵਾਂਗੇ।
ਨਾਜਾਇਜ਼ ਮਾਮਲੇ ਵਿੱਚ ਫੜੇ ਗਏ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੂੰ 2 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਇਸ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਹਰਹਾਲ 2 ਦਿਨਾਂ ਦੇ ਰਿਮਾਂਡ ਦੌਰਾਨ ਜੈਨ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਜ਼ਬਰਦਸਤੀ ਧੱਕਾ ਕਰ ਰਹੀ ਹੈ ਰਾਜਨੀਤਿਕ ਜਿਹੜਾ ਮੇਰੇ ਉੱਤੇ ਪ੍ਰਭਾਵ ਹੈ, ਔਰ ਮੈਂ ਜਿਹੜੀ ਮੈਨੂੰ ਪ੍ਰੋਬਲਮ ਹੈ, ਜਿਹੜਾ ਇਹਨੇ ਮੇਰੇ ਤੇ ਐਲੀਗੇਸ਼ਨ ਲਾਇਆ ਵੀ ਤੁਸੀਂ ਸ਼ਾਮਲਾਟ ਦੇ ਦੀ ਜ਼ਮੀਨ ਪੁੱਟੀ ਹੈ, ਕੀੜੀ ਔਰ ਮੇਰਾ ਹੈ, ਜਿੰਨੇ ਵੀ ਕ੍ਰੈਸ਼ਰ ਲੱਗੇ ਆ ਸਾਰੇ ਉਹ ਸ਼ਾਮਲਾਟ ਦੇ ਚ ਲੱਗੇ ਆ। ਜਿਸ ਕ੍ਰੈਸ਼ਰ ਦਾ ਮੈਂ ਮਾਲਕ ਹੈ ਉਹ ਕ੍ਰੈਸ਼ਰ ਵੀ ਸ਼ਾਮਲਾਟ ਦੇ ਚ ਲੱਗਾ ਹੈ। 2012 ਤੋਂ ਪਹਿਲੇ ਰਜਿਸਟਰ ਹੁੰਦੇ ਸੀ, 2012 ਤੋਂ ਪਹਿਲੇ ਬਾਅਦ ਚ ਰਜਿਸਟਰ ਨਹੀਂ ਹੁੰਦੇ। ਇਹ ਇਹਦੇ ਚ ਕੀ ਹੈ ਜਦ ਸਾਰੇ ਕ੍ਰੈਸ਼ਰ ਫੜ ਕੇ। ਸੰਗਰੂਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਂਚੋ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਭਗਵੰਤ ਮਾਨ ਦਾ ਕਾਫਲਾ ਰਾਏਕੋਟ ਪੁਲ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਚੌਂਕ, ਸੱਟਾ ਚੌਂਕ, ਦਿੱਲੀ ਗੇਟ, ਕਾਲੀ ਮਾਤਾ ਮੰਦਿਰ, ਬੱਸ ਸਟੈਂਡ ਤੋਂ ਕਾਲਜ ਰੋਡ, ਪਿਪਲੀਵਾਲਾ ਪੈਟਰੋਲ ਪੰਪ, ਸਰਹੰਦੀ ਗੇਟ, ਜਰਗ ਚੌਂਕ ਤੇ ਟਰੱਕ ਯੂਨੀਅਨ ਹੁੰਦਾ ਹੋਇਆ ਧੂਰੀ ਲਈ ਰਵਾਨਾ ਹੋਇਆ। ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੋਹਾਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਵਿਰਾਸਤੀ ਅਖਾੜੇ ਦੀ ਲੜੀ ਵਿੱਚ ਸਮਰ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ਵਰਕਸ਼ਾਪ ਵਿੱਚ ਕਰੀਬ 52 ਬੱਚੇ ਭਾਗ ਲੈ ਰਹੇ ਹਨ। ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਅਤੇ ਅਦਾਕਾਰ ਨਰਿੰਦਰ ਨੀਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਵਿਰਸੇ ਤੇ ਰੰਗਮੰਚ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿੱਚ ਭੰਗੜਾ, ਗਿੱਧਾ, ਲੋਕ ਗੀਤ, ਲੋਕ ਨਾਚ, ਨਾਟਕ, ਦੇਸ਼ ਭਗਤੀ ਗੀਤਾਂ ਤੇ ਅਦਾਕਾਰੀ, ਮੰਚ ਸੰਚਾਲਨ, ਵਿਦਾਵਾਂ ਦੇ ਨਾਲ ਗੱਤਕਾ ਵੀ ਸਿਖਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਡਾਇਰੈਕਟਰ ਗੋਪਾਲ ਸ਼ਰਮਾ, ਅਦਾਕਾਰਾ ਸੁਖਬੀਰ ਪਾਲ ਕੌਰ, ਮਨਦੀਪ ਸਿੰਘ, ਗਗਨਦੀਪ ਗੱਗੀ, ਗੁਰਸਿਮਰਨ ਸਿੰਘ, ਹਰਕੀਰਤ ਪਾਲ ਸਿੰਘ, ਜਗਜੀਤ ਸਿੰਘ, ਹਰਦੀਪ ਸਿੰਘ, ਅਨੁਰਾਗ ਆਦਿ ਬੱਚਿਆਂ ਨੂੰ ਅਲੱਗ-ਅਲੱਗ ਵਿਦਾਵਾਂ ਸਿਖਾ ਰਹੇ ਹਨ। ਇਹ ਵਰਕਸ਼ਾਪ 25 ਤਰੀਕ ਤੱਕ ਲਗਾਈ ਜਾਵੇਗੀ ਤੇ ਇਹ ਪੇਸ਼ਕਾਰੀਆਂ 26 ਤਰੀਕ ਨੂੰ ਵਿਰਾਸਤੀ ਅਖਾੜੇ ਵਿੱਚ ਕੋਠੀ ਨੰਬਰ 33 ਫੇਸ 1 ਵਿੱਚ ਸ਼ਾਮੀ 6:30 ਵਜੇ ਪੇਸ਼ ਕੀਤੀਆਂ ਜਾਣਗੀਆਂ। ਅਖਾੜੇ ਵਿੱਚ ਡਾਕਟਰ ਕੁਲਬੀਰ ਕੌਰ ਵਿਰਕ ਨੂੰ ਰੰਗਮੰਚ ਵਿੱਚ ਦਿੱਤੀਆਂ ਸੇਵਾਵਾਂ ਤੇ ਕੀਤੀਆਂ ਪ੍ਰਾਪਤੀਆਂ ਅਤੇ ਸਵਰਨ ਸਿੰਘ USA ਨੂੰ ਭੰਗੜੇ ਤੇ ਹੋਰ ਪੰਜਾਬੀ ਲੋਕ ਨਾਚਾਂ ਲਈ ਕੰਮ ਕਰਨ ਤੇ ਪ੍ਰਚਾਰ ਪ੍ਰਸਾਰ ਲਈ ਕੀਤੇ ਕਾਰਜਾਂ ਲਈ ਸਨਮਾਨਿਤ ਵੀ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਜਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਜ ਤੇ ਬੈਠ ਕੇ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਜਿਸ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਤਲਵਾਰ ਵਿਰੁੱਧ ਟਿੱਪਣੀ ਕੀਤੀ ਸੀ, ਉਹਨਾਂ ਦੇ ਇਸ ਬਿਆਨ ਤੇ ਉਹਨਾਂ ਕੋਲ ਚੋਣ ਨਿਸ਼ਾਨ ਬਾਲਟੀ ਹੈ ਤੇ ਉਹਨਾਂ ਕੋਲ ਤਲਵਾਰ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਜਾ ਸਕਦੇ, ਵਿਦੇਸ਼ਾਂ ਵਿੱਚ ਅਤੇ ਪੰਜਾਬ ਵਿੱਚ ਵੀ ਉਹ ਇਕੱਲੇ ਹੀ ਹਨ। ਜਿਵੇਂ ਤੁਹਾਨੂੰ ਲੱਗਦਾ ਉਹ ਜਾਂ ਮੈਨੂੰ ਲੱਗਦਾ ਉਹਦੀ ਵੀ ਜਿਵੇਂ ਚੋਣ ਪ੍ਰਚਾਰ ਕਰ ਰਹੇ ਹੋ ਆਪਾਂ ਇਸਤੇਮਾਲ ਵੱਲੋਂ ਕਈ ਟਿੱਪਣੀਆਂ ਕੀਤੀ ਜਾ ਰਹੀਆਂ, ਕੀ ਕਹਿਣਾ ਚਾਹੋਗੇ ਜੇ ਕਹਿੰਦੇ ਕਿ ਚੋਣ ਨਿਸ਼ਾਨ ਬਾਲਟੀ ਕਿਰਪਾਨ ਦੀ ਕੀਤੀ ਗਈ ਹੈ? ਤੁਹਾਨੂੰ ਕਿਰਪਾਨ ਦੀ ਕਾਹਦੀ ਤਕਲੀਫ ਹੈ? ਲੋਕਲ ਪ੍ਰੈਸ ਆ ਕਿਰਪਾਨ ਦੀ ਕਾਹਦੀ ਤਕਲੀਫ ਹੈ? ਭਗਵੰਤ ਨੂੰ ਟਿੱਪਣੀ ਕੀਤੀ ਜਾ ਰਹੀ ਹੈ ਕਿ ਚੋਣ ਕਿਰਪਾਨ ਕਿਤੇ ਨਹੀਂ ਚੱਲ ਜਾ ਰਹੇ, ਬਾਅਦ ਵਿੱਚ ਚੋਣ ਕਰ ਰਹੇ। ਭਗਵੰਤ ਜੀ ਜਿੱਦਣ ਉਹਨਾਂ ਨੇ ਕਿਰਪਾਨ ਦੇ ਖਿਲਾਫ ਗੱਲ ਕੀਤੀ ਹੈ, ਹੁਣ ਬਾਹਰ ਨਹੀਂ ਜਾ ਸਕਦੇ ਮੁਲਕਾਂ ਦੇ ਵਿੱਚ, ਇੱਥੇ ਵੀ ਬਾਹਰ ਬਾਜ਼ਾਰ 'ਚ ਨਹੀਂ ਜਾ ਸਕਦੇ ਕਿਤੇ ਵੀ। ਹੁਣ ਪੁਲਿਸ ਤੇ ਫੌਜ ਦੇ ਘੇਰੇ 'ਚ ਰਹਿਣਗੇ। ਜਿਵੇਂ ਬਾਕੀਆਂ ਨੇ ਬੇਅਦਬੀ ਕੀਤੀ ਹੈ ਉਹ ਬਾਹਰ ਨਹੀਂ ਨਿਕਲ ਸਕੇ। ਜਿਨ੍ਹਾਂ ਨੇ ਵੀ ਸਿੱਖ ਧਰਮ ਦੀ ਬੇਅਦਬੀ ਸਰਕਾਰਾਂ ਦੀ ਕੀਤੀ ਹੈ ਉਹਨਾਂ ਨੂੰ ਸਿੱਖ ਬਾਹਰ ਨਹੀਂ ਨਿਕਲਣ ਦੇਣਗੇ। ਜਿਹੜੀ ਫੌਜ ਦੀ ਭਰਤੀ ਲੈ ਕੇ ਆਏ ਉਹ ਕੀ ਕਹਿਣਾ ਚਾਹੁੰਦੇ ਉਸ ਲੈ ਕੇ? ਫੌਜ ਦੀ ਭਰਤੀ ਬਿਲਕੁਲ ਗਲਤ ਕੀਤੀ ਹੋਈ ਹੈ। ਜਿਹੜੇ ਫੌਜ ਦੇ ਜਰਨੈਲਾਂ ਨੇ, ਨੇਵੀ, 에ਅਰਫੋਰਸ ਤੇ ਫੌਜ ਦੇ ਜਰਨੈਲਾਂ ਨੇ BJP RSS ਦੇ ਹੱਕ ਦੇ ਵਿੱਚ ਬਿਆਨ ਦਿੱਤੇ ਹੈ, ਇਹਦੇ ਨਾਲ ਹੌਸਲਾ ਅਫਜ਼ਾਈ ਸਾਰੀ ਫੌਜ ਦੀ ਖੂਹ ਦੇ ਵਿੱਚ ਡਿੱਗ ਪਈ ਹੈ ਤੇ ਜਰਨੈਲਾਂ ਨੂੰ ਕਦੇ ਵੀ ਸਿਆਸੀ ਬਿਆਨ ਨਹੀਂ ਦੇਣੇ ਚਾਹੀਦੇ, ਖਾਸ ਕਰਕੇ ਕੱਟੜਵਾਦ ਹਿੰਦੁਤਵਾ ਪਾਰਟੀ ਦੇ। ਚਲੋ ਥੈਂਕ ਯੂ। ਸਰਕਾਰ ਸਿਰਫ ਆਰਮੀ ਸਿਪਾਹੀ ਵਾਸਤੇ ਹੀ 4 ਸਾਲਾਂ ਅਗਨੀਪਥ ਲਾਗੂ ਕਰ ਰਹੀ ਹੈ, ਅਫਸਰਾਂ ਵਾਸਤੇ ਕਿਉਂ ਨਹੀਂ? ਪ੍ਰਦਰਸ਼ਨਕਾਰੀ ਨੌਜਵਾਨ ਅਗਨੀਪਥ ਯੋਜਨਾ ਦੇ ਮੱਦੇਨਜ਼ਰ ਸ਼੍ਰੀ ਅਨੰਦਪੁਰ ਸਾਹਿਬ 'ਚ ਪ੍ਰਦਰਸ਼ਨ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਰੋਪੜ ਜ਼ਿਲ੍ਹੇ ਦੇ ਨੌਜਵਾਨਾਂ ਦਾ ਵੱਡਾ ਇਕੱਠ ਕਰ ਰੈਲੀ ਨਿਕਲ ਰਹੇ ਹਨ ਅਤੇ ਚੱਕਾ ਜਾਮ ਕਰਨਗੇ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਜਿਹੜੇ ਇਹਨਾਂ ਨੇ ਅਗਨੀਪਥ ਸਕੀਮ ਲਿਆਤੀ
ਇਹ ਸਿਰਫ ਸਿਪਾਹੀਆਂ ਤੇ ਕਿਉਂ ਲਾਗੂ ਹੈ, ਅਫਸਰਾਂ ਤੇ ਕਿਉਂ ਲਾਗੂ ਨਹੀਂ ਹੈਗੀ। ਸਿਪਾਹੀਆਂ ਨੂੰ ਹੀ 4 ਸਾਲ ਵਾਸਤੇ ਇਹਨਾਂ ਨੇ ਜੁਆਇਨ ਕਰਨਾ ਤੇ ਅਫਸਰਾਂ 'ਤੇ ਇਹ ਚੀਜ਼ ਕਿਉਂ ਲਾਗੂ ਨਹੀਂ ਹੈਗੀ। ਤੇ ਦੂਜੀ ਗੱਲ ਜੀ, ਜਿਹੜੇ ਸਾਡੇ 16 ਮਹੀਨੇ ਬਰਬਾਦ ਹੋਏ, ਅਸੀਂ ਪੇਪਰ ਦੀ ਵੇਟ ਕੀਤੀ, ਉਹ ਅਸੀਂ ਕਿਆ ਕਰੀਏ ਹੁਣ ਉਹਦਾ। ਜੇ ਸਾਨੂੰ ਤੁਸੀਂ ਪਹਿਲਾਂ ਦੱਸ ਹਾਂਜੀ ਅਸੀਂ ਮੈਡੀਕਲ ਕਲੀਅਰ ਕੀਤਾ, ਦੌੜ ਕਲੀਅਰ ਕੀਤੀ ਤੇ ਸਾਨੂੰ 16 ਮਹੀਨੇ ਹੋ ਗਏ ਪੇਪਰ ਦੀ ਵੇਟ ਕਰਦੇ ਨੂੰ। ਹਰ ਵਾਰੀ ਇਹ ਗੱਲ ਕਹਿ ਦਿੰਦੇ ਕਿ ਹਾਂਜੀ ਕੋਵਿਡ ਕਰਕੇ ਤੁਹਾਡਾ ਪੇਪਰ ਲੇਟ ਕੀਤਾ ਜਾਂਦਾ ਤੇ ਸਾਨੂੰ ਤੁਸੀਂ ਪਹਿਲਾਂ ਦੱਸ ਦਿਓ ਨਾ ਕਿ ਹਾਂ ਅਸੀਂ ਤੁਹਾਡਾ ਪੇਪਰ ਰੱਦ ਕਰਨਾ, ਅਸੀਂ ਕੋਈ ਹੋਰ ਕੰਮ ਦੇਖ ਲਈਏ। ਸਾਡੇ 16 ਮਹੀਨੇ ਖਰਾਬ ਹੋਏ, ਅਸੀਂ ਆਪਣਾ 16 ਮਹੀਨੇ ਕਿੱਥੇ ਦੇ ਵਾਪਸ ਲਿਆਈਏ। ਅਸੀਂ ਇਹਨਾਂ ਦੀ ਵੇਟ 'ਚ ਬੈਠ ਰਹੇ ਕਿ ਹਾਂ ਹੁਣ ਸਾਡਾ ਪੇਪਰ ਆਊਗਾ। ਆਏ ਇਹਨਾਂ ਨੇ ਅਨਾਉਂਸਮੈਂਟ ਕੀਤੀ, ਅਗਨੀਪਥ ਰੂਲ ਲਾਗੂ ਹੋਇਆ ਤੇ ਪੇਪਰ ਨਹੀਂ ਲੈ ਜਾਓਗੇ। ਤੇ ਜਿਹੜੇ ਯੁਵਾ ਪਹਿਲਾਂ ਸੀਗੇ ਜਿਨ੍ਹਾਂ ਦਾ ਪੇਪਰ ਉਹ ਕਿਆ ਕਰਨ, ਠੀਕ ਹੈ ਜੀ। 4 ਸਾਲ ਬਾਅਦ ਇਹਨਾਂ ਨੇ ਸਾਨੂੰ ਉੱਥੇ ਬੁਲਾਉਣਾ ਜੀ, ਠੀਕ ਹੈ ਜੀ। ਤੇ ਉਹਦੇ ਬਾਅਦ ਸਾਨੂੰ ਗਨ ਦੀ ਟ੍ਰੇਨਿੰਗ ਦੇਣੀ, ਦੇ ਕੇ 4 ਸਾਲ ਬਾਅਦ 22 ਸਾਲ ਤੋਂ ਸਾਨੂੰ ਫ੍ਰੀ ਕਰ ਦੇਣਾ ਇਹਨਾਂ ਨੇ। ਫਿਰ 22 ਸਾਲ ਦਾ ਬੰਦਾ ਕਿਆ ਕਰੂੰਗਾ ਆ ਕੇ ਗਨ ਦੀ ਟ੍ਰੇਨਿੰਗ ਲੈ ਕੇ, ਗਲਤ ਕੰਮਾਂ 'ਚ ਪਊਂਗਾ ਜੀ। ਤੇ ਜਿਹੜੇ ਆਪਣੇ ਫੌਜੀ ਭਰਾ ਜਿੱਦਾਂ ਰਿਟਾਇਰ ਹੁੰਦੇ ਆ, ਜਿਹੜੇ ਕਹਿੰਦੇ ਜੀ ਹਾਂਜੀ 4 ਸਾਲ ਬਾਅਦ ਆਪਾਂ ਉਹਨਾਂ ਨੂੰ ਨੌਕਰੀਆਂ ਦੇਵਾਂਗੇ, ਤੇ ਜਿਹੜੇ ਪਹਿਲਾਂ ਫੌਜੀ ਰਿਟਾਇਰ ਹੋਏ ਉਹਨਾਂ ਨੂੰ ਕਿੰਨੇ ਕੁ ਨੌਕਰੀਆਂ ਮਿਲੀਆਂ ਜੀ? ਉਹ ਤਾਂ ਆਪ ਵੀ ਬੈਂਕਾਂ ਮੂਹਰੇ ਚੌਕੀਦਾਰ ਬਣੇ ਬੈਠੇ ਆ ਜੀ। ਸਾਡਾ ਤਾਂ ਜੀ ਸਭ ਤੋਂ ਪਹਿਲਾਂ ਤਾਂ ਇਹੀ ਹੈ, ਦੇਖੋ ਬਹੁਤ ਨਿਊਜ਼ ਮੀਡੀਆ ਹੈਗੇ ਆ ਜਿਹੜੇ ਪੇਪਰ ਦੀ ਗੱਲ ਨਹੀਂ ਕਰਿਆ ਕਰਦੇ, ਸਿਰਫ ਇਹ ਗੱਲ ਕਹਿ ਰਹੇ ਕਿ ਹਾਂਜੀ ਟੂਰ ਆਫ ਡਿਊਟੀ ਵਾਪਸ ਲਓ। ਠੀਕ ਹੈ, ਟੂਰ ਆਫ ਡਿਊਟੀ ਵੀ ਵਾਪਸ ਲਓ, ਪਰ ਜਿਨ੍ਹਾਂ ਦਾ ਐਗਜ਼ਾਮ ਪਿਆ ਉਹ ਕੀ ਕਰਨ? ਮੇਰੀ ਪਹਿਲੀ ਮੰਗ ਤਾਂ ਜੀ ਇਹੀ ਹੈ ਕਿ ਸਾਡਾ ਐਗਜ਼ਾਮ ਲਿਆ ਜਾਵੇ ਤੇ ਦੂਜੀ ਟੂਰ ਆਫ ਡਿਊਟੀ ਵਾਪਸ ਲਈ ਜਾਵੇ। ਧੰਨਵਾਦ ਜੀ। ਲੋਕ ਸਭਾ ਹਲਕਾ ਸੰਗਰੂਰ ਲਈ 23 ਜੂਨ ਨੂੰ ਹੋਣ ਜਾ ਰਹੇ ਜਿਮਨੀ ਚੋਣ ਦੇ ਸੰਬੰਧ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਜਿਸ ਦੇ ਤਹਿਤ ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣਾ ਧਾਮ-ਜਾਮ ਸੰਗਰੂਰ ਵਿੱਚ ਚੋਣ ਜਿੱਤਣ ਲਈ ਉਤਾਰ ਦਿੱਤਾ ਹੈ। ਅਤੇ ਇਸ ਦੇ ਤਹਿਤ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੀ ਭਦੌੜ ਵਿਖੇ ਡੋਰ ਟੂ ਡੋਰ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ। ਜਿਹੜੀ ਕਾਰਗੁਜ਼ਾਰੀ ਹੈ ਮੈਂ ਕਹਾਂ ਮਾੜੀ ਹੈ ਜਾਂ ਚੰਗੀ ਹੈ, ਇਹ 23 ਤਰੀਕ ਨੂੰ ਸਿਆਣੇ ਕਹਿੰਦੇ ਨਾਈਆ ਤੇਰੇ ਵਾਲ ਖਿੱਡੇ, ਉਹ ਕਹਿੰਦਾ ਬਈ ਖੜ ਜਾ ਸਾਹਮਣੇ ਆ ਜਾਣਗੇ। 23 ਤਰੀਕ ਨੂੰ ਤੁਹਾਨੂੰ ਆਮ ਆਦਮੀ ਪਾਰਟੀ ਦੀ 3 ਮਹੀਨੇ ਦੀ ਕਾਰਗੁਜ਼ਾਰੀ ਤੇ ਲੋਕ ਮੋਹਰ ਲਾ ਦੇ। ਔਰ ਕੇਜਰੀਵਾਲ ਸਾਹਿਬ ਜੇਬ ਚ ਪਾਈ ਫਿਰਦੇ ਸੀ, ਕਹਿੰਦੇ ਮੈंने ਲਿਖ ਕੇ डाल लिया है कि फलां हार रहा है फलां हार रहा है। मैं ਉਹਨਾਂ ਜਿੰਨਾ ਮਹਾਰਥੀ ਤਾਂ ਨਹੀਂ ਆ, ਨਾ ਕੋਈ ਮੈਂ ਪੁੱਛਾਂ ਦੇਣ ਵਾਲਾ, ਪਰ ਮੈਂ ਵੀ ਇਹ ਗੱਲ ਅੱਜ ਦਾਅਵੇ ਨਾਲ ਕਹਿ ਸਕਦਾ ਹਾਂ, ਲਿਖ ਲਓ, आप लिख लीजिए कि संगरूर बाय इलेक्शन आम आदमी पार्टी हार रही है, ये लिख लो। ਜੰਗਰਾਓ ਨੇੜੇ ਚੌਂਕੀਮਾਨ ਟੋਲ ਪਲਾਜ਼ਾ ਤੇ ਬੀਤੀ ਦੇਰ ਰਾਤ ਉਸ ਵੇਲੇ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਵਾਹਨ ਤੇ ਫਾਸਟ ਟੈਗ ਨਾ ਲੱਗੇ ਹੋਣ ਤੇ ਟੋਲ ਟੈਕਸ ਡਬਲ ਮੰਗਿਆ ਜਾਣ ਲੱਗਿਆ ਤਾਂ ਵਾਹਨ ਚਾਲਕਾਂ ਨੇ ਡਬਲ ਟੋਲ ਟੈਕਸ ਦੇਣ ਤੋਂ ਇਨਕਾਰ ਕੀਤਾ ਤਾਂ ਟੋਲ ਪਲਾਜ਼ਾ ਤੇ ਇਸੇ ਗੱਲ ਨੂੰ ਲੈ ਕੇ ਕਾਫੀ ਰੋਲਾ ਪੈ ਗਿਆ ਤੇ ਇਹੀ ਰੋਲਾ ਫਿਰ ਹੱਥੋਂ ਪਾਈ ਵਿੱਚ ਬਦਲ ਗਿਆ ਤੇ ਦੇਖਦੇ ਹੀ ਦੇਖਦੇ ਟੋਲ ਵਾਲਿਆਂ ਨੇ ਡਾਂਗਾ ਕੱਢ ਕੇ ਲੜਾਈ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦੇ 2 ਆਦਮੀ ਵੀ ਜ਼ਖਮੀ ਹੋ ਗਏ। ਕੀ ਹੋਇਆ ਇੱਥੇ? ਕਹਿੰਦੇ ਜੀ 180 ਤੂੜੀ ਆ ਸਾਡੀ ਇੱਥੇ ਨਾਲ ਹੀ ਆ। ਕੱਲ ਵੀ ਸਾਡੇ ਇਹਨਾਂ ਨੇ ਫਿਲਟਰ ਪਾੜਤਾ ਟਰੈਕਟਰ ਦਾ, ਬਾਅਦ ਦੇ ਵਿੱਚ ਮਾਫੀ ਮੰਗੀ, ਸਾਨੂੰ 1000 ਰੁਪਇਆ ਦੇਤਾ ਸਾਡੇ ਬੰਦਿਆਂ ਨੂੰ, ਕਹਿੰਦੇ ਸਾਡੀ ਗਲਤੀ ਆ। ਅੱਜ ਕਹਿੰਦੇ 180 ਰੁਪਇਆ ਪਰਚੀ ਦੇ ਦਿਓ ਸਾਨੂੰ। ਉਹ ਮੈਂ ਕਿਹਾ ਜ਼ਿਮੀਦਾਰ ਤਾਂ ਪਹਿਲਾਂ ਹੀ ਮਰਿਆ ਹੋਇਆ, ਇਹਦੇ ਕੋਲ ਪਤਾ ਨਹੀਂ ਡੀਜ਼ਲ ਖਣੀ ਬਚਣਾ ਖਣੀ ਨਹੀਂ ਬਚਣਾ। ਬਈ ਏਦਾਂ ਭਰਾਵਾ ਬਈ ਚੱਲ ਤੂੰ ਸਾਨੂੰ ਜਾਣਦੇ ਹੈ ਨਹੀਂ ਕੁਛ, ਅਸੀਂ ਲੋਕਲ ਆਹੀ ਪਿੰਡ ਆ ਸਾਡਾ ਨਾਲ ਹੀ। ਤੁਹਾਨੂੰ ਕੁੱਟਿਆ ਕਿਹਨਾਂ ਨੇ? ਇਹ ਉਹ ਬੰਦਾ ਸਾਹਮਣੇ ਬੈਠਾ, 15-20 ਜਾਣੇ ਸੀਗੇ, ਉਹ ਰਾਣਾ ਮਾਰੀਆ ਮੇਰੀ ਲੱਤ ਤੇ ਭੰਨਤਾ ਉਹਨਾਂ ਨੇ, ਉਹ ਉੱਪਰ ਬੈਠੇ ਬੰਦੇ। ਉਹ ਭਾਈ ਜੀ ਮੈਂ ਅੰਦਰ ਸੀਗਾ, ਠੀਕ ਹੈ, ਥੱਲੇ ਦੋਵਾਂ ਗੁੱਟਾਂ 'ਚ ਲੜਾਈ ਹੋਈ, ਇੱਕ ਸਾਡੇ ਬੰਦੇ ਦਾ ਇਹਨਾਂ ਨੇ ਸੀਗਾ ਸਿਰ ਪਾੜਤਾ ਜੀ, ਇਹਨਾਂ ਦੀ ਲੱਤ ਤੇ ਲੱਗੀ, ਇੱਕ ਡੰਡਾ ਵੱਜਿਆ ਤੇ ਬਾਕੀ ਦੇਖੋ ਹੁਣ ਅੱਗੇ ਜਿਹੜੀ ਕਾਰਵਾਈ ਆ ਪੁਲਿਸ ਆਪੇ ਕਰ ਲੂ। ਕੈਮਰੇ ਚੱਲਦੇ ਆ। ਇਹ ਕਹਿੰਦੇ ਵੀ ਤੁਹਾਡੇ ਬੰਦੇ ਦੀ ਦਾਰੂ ਪੀਤੀ ਹੋਈ ਸੀ, ਕਿ ਲੱਗਦਾ ਵੀ ਤੁਹਾਡੇ ਬੰਦੇ ਮੁਲਾਜ਼ਮ ਦੀ ਦਾਰੂ ਪੀਤੀ ਹੋਈ? ਨਹੀਂ ਜੀ, ਸਾਡੇ ਸਟਾਫ ਦੀ ਨਹੀਂ ਪੀਤੀ ਸੀ, ਉਲਟਾ ਹੋ ਸਕਦਾ ਇਹਨਾਂ ਦੀ ਪੀਤੀ ਹੋਈ, ਜਿਹੜੇ ਭੂੰਗ ਵਾਲੇ ਟਰੈਕਟਰ ਵਾਲੇ ਹੈਗੇ ਆ। ਤੁਸੀਂ ਚੈੱਕ ਮੈਡੀਕਲ ਕਰਾ ਸਕਦੇ ਇਹਨਾਂ ਦਾ। ਤੇ ਪੁਲਿਸ ਮੌਕੇ ਤੁਸੀਂ ਸੂਚਿਤ ਕਰਤਾ? ਹਾਂਜੀ ਆ ਗਈ, ਮੁਲਾਜ਼ਮ ਆ ਗਿਆ, ਅੱਗੇ ਦੀ ਕਾਰਵਾਈ ਆਪੇ ਕਰ ਲੂਗੀ ਜੋ ਵੀ ਇਹਨਾਂ ਨੂੰ। ਠੀਕ। ਮਾਮਲਾ ਜਲੰਧਰ ਦੇ ਆਦਰਸ਼ ਨਗਰ ਦਾ ਹੈ, ਜਿੱਥੇ ਕਿ ਚੋਰਾਂ ਵੱਲੋਂ ਇੱਕ NRI ਹਰਭਜਨ ਕੌਰ ਜੋ ਕਿ ਆਪਣੇ ਪਰਿਵਾਰ ਸਮੇਤ ਵਿਦੇਸ਼ ਰਹਿ ਰਹੇ ਹਨ, ਉਹਨਾਂ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਚੋਰਾਂ ਵੱਲੋਂ ਉਸ ਦੇ ਅੰਦਰ ਪਿਆ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਕੋਠੀ ਦੇ ਅੰਦਰੋਂ ਤੋੜ-ਫੋੜ ਦੀ ਆਵਾਜ਼ ਵੀ ਸੁਣਾਈ ਦਿੱਤੀ ਤੇ ਲੋਕਾਂ ਨੇ ਆ ਕੇ ਦੇਖਿਆ ਤੇ ਇੱਕ ਵਿਅਕਤੀ ਅੰਦਰੋਂ ਚੋਰੀ ਕਰ ਰਿਹਾ ਸੀ। ਉਸਨੇ ਮੌਕੇ ਤੇ ਹੀ ਫੜ ਲਿਆ ਗਿਆ ਤੇ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਗਈ। ਨਹੀਂ, ਮੈਂ ਅੰਦਰੋਂ ਬਾਹਰ ਨਿਕਲਿਆ ਤੇ ਉੱਥੇ ਗੁੱਠੇ ਲੈਣ ਲੱਗਾ ਹੋਇਆ ਸੀ ਅੱਗੇ ਅੰਦਰ। ਅੱਛਾ, ਡਿਆ ਸੀ ਅੰਦਰੋਂ ਕੁਛ। ਹਾਂਜੀ, ਬਹੁਤ ਨਾਲੇ ਫੜ ਲਿਆ ਆਪਾਂ, ਮੁੜ ਕੇ ਇਹਨਾਂ ਨੂੰ ਬੁਲਾਇਆ, ਕੇਅਰ ਟੇਕਰ ਹੈਗੇ ਇੱਥੇ। ਅੱਛਾ ਜੀ, ਕੌਣ ਸੀਗਾ ਤੇ ਕੀ ਕਰਨ ਲੱਗਾ ਸੀ ਅੰਦਰ? ਚੋਰੀ ਕਰਦਾ ਪਿਆ ਸੀ ਅੰਦਰ, ਸਾਰਾ ਸਮਾਨ ਸਮੂਨ ਲੈ ਗਿਆ ਚੱਕ ਕੇ। ਕਿੰਨਾ ਕੁ ਸਮਾਨ ਕੀ ਸੀਗਾ? ਕਾਫੀ ਸਮਾਨ ਸੀਗਾ, ਬੈੱਡ ਬੁੱਡ ਫੋਲੇ, ਟੂਟੀਆਂ ਟਾਟੀਆਂ ਲਾਈਆਂ ਹੋਈਆਂ ਸਾਰੀਆਂ। ਅੱਛਾ ਜੀ, ਤੇ ਕਿਹਦਾ ਘਰ ਆ? ਮਾਲਕ ਇੱਥੇ ਪਹੁੰਚ ਗਏ ਮੌਕੇ ਤੇ? ਮਾਲਕ ਕੇ ਬਾਹਰ ਰਹਿੰਦੇ ਆ।
ਇੱਥੇ ਵੀ ਓਕੇ, ਕੀ ਨਾਮ ਉਹਨਾਂ ਦਾ ਮਾਲਕਾਂ ਦਾ? ਮਾਲਕ ਦਾ ਨਾਂ ਨਹੀਂ ਮੈਨੂੰ ਪਤਾ ਕੀ ਆ, ਇਹਨਾਂ ਕੋਲ ਚੋਰ ਮੌਕੇ ਤੇ ਫੜੇ ਗਏ? ਉਹ ਲੈ ਗਏ ਥਾਣੇ। ਕੀ ਨਾਮ ਦੱਸਿਆ ਉਹਨੇ ਆਪਣਾ? ਕੋਲ ਦੱਸਿਆ? ਦੱਸਿਆ ਉਹਨੇ ਆਪਣਾ, ਲੈ ਗਏ ਆ ਥਾਣੇ ਲੈ ਗਏ? ਕੰਪਲੇਂਟ ਕੀਤੀ? ਕੰਪਲੇਂਟ ਕੀਤੀ ਸੀ, ਥਾਣੇ ਲੈ ਗਏ। ਤੇ ਉਹਦੇ ਕੋਲ ਕੁਝ ਬਰਾਮਦ? ਹਰਭਜਨ ਕੋਲ ਆਏ ਦੇ ਮਕਾਨ ਦੇ ਮਾਲਕ ਜੀ, ਤੇ ਬਰਾਮਦਗੀ ਹੋਈ ਉਹਦੇ ਕੋਲ ਕੁਝ? ਬਰਾਮਦਗੀ ਹੋਣੀ ਹਲੇ ਤਾਂ ਸਮਾਨ ਸਮੂਨ ਦੇਖਿਆ ਅੰਦਰੋਂ ਸਾਰਾ ਕੱਢਿਆ ਹੋਇਆ, ਗੈਸ ਚੁੱਲ੍ਹਾ ਇਹ ਉਹ ਇੱਕ ਏਸੀ ਤੋੜਿਆ ਹੋਇਆ ਸਾਰਾ, ਕੰਪਰੈਸਰ ਦੀ ਆਵਾਜ਼ ਆਈ, ਫਟ ਗਿਆ ਸੀ ਸਮਾਨ ਸਾਰੇ ਲੈ ਗਏ। ਉਹ ਪਹਿਲੇ ਲੈ ਗਏ? ਕਦੋਂ ਦੇ ਲੱਗੇ ਕਦੋਂ ਨਹੀਂ ਲੱਗੇ, ਕਿਉਂਕਿ ਸਾਡੇ ਅੱਗੇ ਵੀ ਚੋਰੀ ਹੋਈ ਉਹ ਗਲੇ ਦੇ ਅੰਦਰ। ਠੀਕ ਹੈ ਜੀ। 2 ਹਫ਼ਤੇ ਹੋ ਗਏ, ਬੈਂਕ ਮੈਨੇਜਰ ਸੀਗਾ। ਠੀਕ ਹੈ ਜੀ। ਉਹਦੇ ਵੀ ਹਲੇ ਬੰਦੇ ਫੜੇ ਨਹੀਂ ਗਏ। ਤਕਰੀਬਨ 7:30 ਦਾ ਟਾਈਮ ਸੀ। ਸਾਨੂੰ ਡਾਕਟਰ ਸਾਹਿਬ ਵਿਕਰਮ ਜੀ ਹੈਗੇ ਆ ਦਰਸ਼ਨਗਰ ਤੋਂ, ਤੇ ਸਾਨੂੰ ਉਹਨਾਂ ਦੀ ਕਾਲ ਆਈ ਸੀ ਕਿ ਅਸੀਂ ਇੱਕ ਚੋਰ ਫੜ ਕੇ ਰੱਖਿਆ ਆ ਉੱਥੇ। ਤੇ ਜਿੱਦਾਂ ਸਾਨੂੰ ਕਾਲ ਇੱਥੋਂ ਆਈ ਤੇ ਅਸੀਂ ਇੱਥੇ 5 ਮਿੰਟ 'ਚ ਪਹੁੰਚ ਗਏ। ਜਾ ਕੇ ਦੇਖਿਆ ਮੌਕਾ, ਤੇ ਚੋਰ ਉਹਨਾਂ ਨੇ ਕੋਠੀ 'ਚੋਂ ਫੜਿਆ ਆ, ਤੇ ਚੋਰ ਨੇ ਕਾਫੀ ਸਮਾਨ ਉਹ ਇਕੱਠਾ ਕੀਤਾ ਸੀ ਜਿਹੜਾ ਉਹ ਲੈ ਕੇ ਜਾ ਰਿਹਾ ਸੀ। ਤੇ ਜਿਹੜੇ ਆਂਢ ਗੁਆਂਢ ਜਿਹੜੇ ਲੋਕ ਸੀਗੇ ਉਹਨਾਂ ਨੇ ਇਕੱਠੇ ਹੋ ਕੇ ਚੋਰ ਨੂੰ ਫੜਿਆ ਤੇ ਫੜ ਕੇ ਸਾਡੇ ਹਵਾਲੇ ਕੀਤਾ। ਤੇ ਅਸੀਂ ਮੌਕੇ 'ਤੇ ਜਾ ਕੇ ਚੋਰ ਨੂੰ ਲੈ ਕੇ ਆਏ ਹਾਂ, ਤੇ ਹੁਣ ਉਹਦੀ ਪੁੱਛਗਿੱਛ ਚੱਲਦੀ ਪਈ ਹੈ, ਤੇ ਦੇਖਦੇ ਹਾਂ ਜੋ ਕਿ ਦੱਸਦਾ ਕਾਨੂੰਨ ਦੇ ਹਿਸਾਬ ਨਾਲ ਤੇ ਉਹ ਕਾਰਵਾਈ ਕੀਤੀ ਜਾਵੇ। ਕੀ ਕੋਈ ਨਾਮ ਵਗੈਰਾ ਦੱਸਿਆ ਉਹਨੇ ਆਪਣਾ? ਨਹੀਂ, ਨਾਮ ਵਗੈਰਾ ਕੋਈ ਨਹੀਂ ਦੱਸਿਆ ਹਾਲੇ ਤੱਕ। ਉਹਦਾ ਕੋਈ ਆਈਡੀ ਪ੍ਰੂਫ ਨਹੀਂ ਹੈਗਾ ਉਹਦੇ ਕੋਲ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਕੋਈ ਵੀ ਹੈ ਜਾਂ ਉਹਦੀ ਨਹੀਂ। ਔਰ ਉਹ ਆਪਣੀ ਜ਼ੁਬਾਨ ਤੋਂ ਇਹ ਕਹਿੰਦਾ ਕਿ ਮੈਂ HIV ਪੋਜ਼ਿਟਿਵ ਹਾਂ। ਓਕੇ, ਹੈ ਨਾ, ਇਹੋ ਜਿਹੀ ਗੱਲਾਂ ਦੱਸਦਾ ਹੈ। ਤੇ ਬਾਕੀ ਸਵੇਰੇ ਅਸੀਂ ਉਹਦਾ ਮੈਡੀਕਲ ਕਰਾਉਂਦੇ ਹਾਂ, ਜੋ ਵੀ ਰਿਪੋਰਟ ਉਹਦੀ ਆਉਂਦੀ ਹੈ। ਤੇ ਜਿੱਥੇ ਉਹਨੇ ਚੋਰੀ ਕੀਤੀ ਹੈ ਉੱਥੇ ਕੀ ਚੋਰੀ ਕੀਤਾ ਤੇ ਉਹਦੇ ਮਕਾਨ ਮਾਲਕ ਉੱਥੇ ਸੀਗੇ ਮੌਕੇ ਤੇ? ਨਹੀਂ, ਜਿਹੜੇ ਉਹਦੇ ਮਕਾਨ ਮਾਲਕ ਹੈ, ਮਕਾਨ ਮਾਲਕ ਤਕਰੀਬਨ 5-6 ਸਾਲ ਤੋਂ ਬਾਹਰ ਰਹਿ ਰਹੇ। ਓਕੇ, ਉਹ ਬਾਹਰ ਰਹਿੰਦੇ ਨੇ, ਔਰ ਜਿਹੜਾ ਉਹ ਘਰ ਦਾ ਉਹ ਦੇਖ ਰੇਖ ਹੈਗੀ ਹੈ, ਜਿਹੜੇ ਉਹਨਾਂ ਦੇ ਗੁਆਂਢੀ ਹੈਗੇ ਆ, ਉਹ ਡਾਕਟਰ ਵਿਕਰਮ ਜੀ ਹੈਗੇ, ਉਹਨਾਂ ਕੋਲ ਉਹਦੀ ਦੇਖ ਰੇਖ ਹੈਗੀ ਹੈ, ਤੇ ਉਹਦੀ ਦੇਖ ਰੇਖ ਕੋਈ ਕਰਦੇ। ਤੇ ਉਹਨਾਂ ਦੀ ਕਾਲ ਆਈ ਸੀ ਕਿ ਇਸ ਕਰਕੇ ਅਸੀਂ ਇੱਥੇ ਬੰਦਾ। ਕਿੱਥੇ ਕਰਕੇ ਇਲਾਕਾ ਕਿਹੜਾ ਪੈਂਦਾ? ਇਲਾਕਾ ਆਦਰਸ਼ ਨਗਰ ਹੈ ਜੀ। ਆਦਰਸ਼ ਨਗਰ ਹੈਗਾ ਨੀਅਰ ਛੋਟੀ ਪਾਰਕ, ਉਹਦੇ ਨਾਲ ਹੈਗਾ। ਤੇ ਇਹਦੇ ਤੇ ਕੋਈ ਪਿਛਲੇ ਵੀ ਕੋਈ ਪਰਚੇ ਵਗੈਰਾ ਹੈਗੇ ਕੁਝ ਪਤਾ? ਨਹੀਂ, ਹਾਲੇ ਤਾਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਬਾਕੀ ਪੁੱਛਗਿੱਛ ਚੱਲਦੀ ਪਈ ਹੈ। ਬੀਤੀ ਰਾਤ ਇੱਥੋਂ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਡੱਡਲ ਮੁਹੱਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰਾਂ ਦੇ ਬਾਹਰ ਖੜੀਆਂ ਕਰੀਬ ਅੱਧੀ ਦਰਜਨ ਤੋਂ ਵੱਧ ਗੱਡੀਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਸ਼ੀਸ਼ਿਆਂ ਦੀ ਬੁਰੀ ਤਰ੍ਹਾਂ ਭੰਨ-ਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਗੱਡੀਆਂ ਰੋਜ਼ਾਨਾ ਇੱਥੇ ਖੜਦੀਆਂ ਹਨ ਤੇ ਬੀਤੀ ਰਾਤ ਵੀ ਉਸ ਦੀਆਂ ਗੱਡੀਆਂ ਇੱਥੇ ਖੜੀਆਂ ਸਨ। ਸੀਸੀਟੀਵੀ ਫੁਟੇਜ ਵਿੱਚ ਕਰੀਬ 4 ਤੋਂ 5 ਵਿਅਕਤੀ ਸਾਹਮਣੇ ਆਉਣ ਦੀ ਸੂਚਨਾ ਹੈ ਜੋ ਕਿ ਇਸ ਘਟਨਾ ਨੂੰ ਅੰਜਾਮ ਦੇ ਰਹੇ ਹਨ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।